ਤੁਸੀਂ देख रहे हो सोशल मीडिया प्रोग्राम ये मुलाकात एक बहाना है। मैं यहाँ के हम खालिद तुहाडी अज दी मुलाकात कराने मज़ाहनगार शायर नजमू साकिब साहब दे नाल, जिन्हां दा शेर है, दोस्तों का दिल दुखा जाता हूँ मैं, बात लेकिन सच सुना जाता हूँ मैं। अज नजम साहब दियां कुछ सच्चियां ते खट्टियां मिठियां गल्लां सुनाने तुहानू। जनाब नजम साहब, वेलकम टू द शो। खालिद भाई शुक्रिया, आपका शुक्रिया और आपने मुझे इज्जत इस काबिल समझा। जनाब नजम साहब, तुहाडा तल्लक किस इलाके दे नाल है ते तालीम दा सिलसिला कित्थों जुड़िया? बेसिकली मेरे जो अब्बा जी सन ते वालिद साहब दोनों गुजरात नाल सर ताल्लुक सी। शादी दे बाद उत्थे शिफ्ट हो गए पिंडी ते मैं पिंडी पैदा होया ते लेकिन गुजरात नाल ताल्लुक रहिंदा है, आना जाना नानके दादके उत्थे ही ने। ते तुहानू पता है जेड़ा बंदा जिम्मेदार होए ते ओह फिर अपनी ज़मीन नूं छड्ड नहीं सकदा। सही सही। ਉਹ ਫਿਰ ਤਾਲੁਕ ਉੱਥੇ ਹੀ ਰਿਹਾ ਤੇ ਮੈਂ ਜਿਹੜੀ ਮੈਟ੍ਰਿਕ ਹੈ ਉੱਥੇ ਕੀਤਾ, ਪਿੰਡੀ ਤੋਂ ਕੀਤਾ। ਅੱਛਾ। ਮੈਟ੍ਰਿਕ ਬਾਅਦ ਗ੍ਰੈਜੂਏਸ਼ਨ ਵੀ ਇੱਥੋਂ ਕੀਤੀ ਪਿੰਡੀ ਤੋਂ। ਉਸ ਤੋਂ ਬਾਅਦ ਦਿਲ ਤੇ ਬੜਾ ਕਰਦਾ ਸੀ ਕਿ ਮੈਂ ਡਾਕਟਰ ਬਣ ਜਾਂਦਾ, MBBS ਡਾਕਟਰ ਬਣ ਜਾਂਦਾ, ਲੇਕਿਨ ਕੁਝ ਹਾਲਾਤ ਵਾਕਿਆਤ ਮਾਮਲਾਤ ਐਸੇ ਸਨ ਕਿ ਨਹੀਂ ਕਰ ਸਕੇ। ਲੇਕਿਨ ਮੈਂ ਇਸ ਫੀਲਡ ਨੂੰ ਛੱਡਿਆ ਨਹੀਂ। ਅੱਛਾ ਅੱਛਾ। ਫਿਰ ਮੈਂ ਗ੍ਰੈਜੂਏਸ਼ਨ ਦੇ ਬਾਅਦ ਨਾਲ ਦਾਖਲਾ ਲਿੱਤਾ, DHMS ਕੀਤਾ, ਡਾਕਟਰ ਆਫ ਹੋਮਿਓਪੈਥਿਕ ਕੀਤਾ। ਸਹੀ ਸਹੀ। ਨਾਲ ਫਿਰ ਫਾਜ਼ਿਲ ਤਸੀਬ ਤਿਬ ਕੀਤਾ, MBA ਕੀਤਾ। ਅੱਗੇ ਵੀ ਤਾਲੀਮ ਦਾ ਸਿਲਸਿਲਾ ਜਾਰੀ ਹੈ। ਮਾਸ਼ਾਅੱਲਾ, ਤਾਲੀਮ ਦਾ ਸਿਲਸਿਲਾ ਤੁਹਾਡਾ ਜਾਰੀ ਰਿਹਾ, ਯਾਨੀ ਕਿ ਹੁਣ ਤੁਹਾਡਾ ਟੋਟਲ ਤਲਕ ਰਾਵਲਪਿੰਡੀ ਦੇ ਨਾਲ ਹੀ। हाँ जी, तुसीं कह सकते हो, लेकिन मैं तुहाडी गल है कि जिथे इंसान की जन्म गुठी मिली होए ना, माँ बाप की मिली होए, वो छड़ नहीं सकते। ते मैं पंजाब दा कल्चर ते पंजाबी जबान सिक्खी पंजाब तो ही। अच्छा अच्छा अच्छा। ते पंजाबी साडी मादी जबान सी, माँ जी ने भी सिखाई, अब्बा जी ने भी सिखाई। अच्छा, तुसीं किहड़ी क्लास च सी जदों तुहानू महसूस होया कि तुहाडे च कोई दूसरे तालिब इल्मां नालों कोई अलग गल है? ਤੁਸੀਂ ਅਲੱਗ ਸੋਚਦੇ ਜੇ, ਅਲੱਗ ਲਿਖਦੇ ਜੇ? ਇਹ ਮੈਟ੍ਰਿਕ ਦੀ ਗੱਲ ਹੈ ਜੀ। ਮੈਟ੍ਰਿਕ ਦੇ ਸਾਡੇ ਜਿਹੜੇ ਉਸਤਾਦ ਸਾਹਿਬ ਸਨ, ਮਲਿਕ ਮਨਜ਼ੂਰ ਸਾਹਿਬ, ਅੱਲਾ ਨੂੰ ਸਿਹਤ ਦੇ, ਇਮਾਨ ਦੇ, ਤੰਦਰੁਸਤੀ ਦੇ, ਹਯਾਤ ਹਨ, ਉਹਨਾਂ ਨੇ ਸਾਡੇ 'ਚ ਨਾ ਇਹ ਚੀਜ਼ ਦੇਖੀ ਸੀ ਕਿ ਯਾਰ ਸਾਕਿਬ ਸਾਹਿਬ ਤੁਸੀਂ ਜਿਹੜਾ ਸਪੈਸ਼ਲ ਹੋ ਬੱਚਿਆਂ ਵਿੱਚ। ਉਹ ਇਸ ਤਰ੍ਹਾਂ ਕਿ ਉਹ ਉਰਦੂ 'ਚ ਉਹਨਾਂ ਦਾ ਇੱਕ ਨਾਮ ਸੀ, ਉਹ MA ਉਰਦੂ ਸਨ ਉਸ ਟਾਈਮ। ਅੱਛਾ ਅੱਛਾ। ਉਸ ਜ਼ਮਾਨੇ 'ਚ ਇਹ 92 93 ਦੀ ਗੱਲ 'ਚ। ਤੇ ਉਹਨਾਂ ਨੇ ਫਿਰ ਜਦ ਮੈਨੂੰ ਦੇਖਿਆ, ਉਹਨੇ ਕਿਹਾ ਸਾਕਿਬ ਯੂ ਆਰ ਦ ਸਪੈਸ਼ਲ ਗਾਈ, ਯੂ ਹੈਵ ਟੂ ਡੂ ਸਮਥਿੰਗ ਸਪੈਸ਼ਲ। ਤੇ ਉਹਨਾਂ ਨੇ ਫਿਰ ਮੈਨੂੰ ਥੋੜਾ ਜਿਹਾ ਜੈਸੇ ਕਿ ਪੋਲਿਸ਼ ਵੀ ਕੀਤਾ, ਕੁਝ ਸਾਨੂੰ ਅਰੂਜ਼ ਵੀ ਸਿਖਾਏ, ਉਰਦੂ ਅਦਬ ਵੀ ਸਾਨੂੰ ਦੱਸਿਆ। ਤੇ ਉਹ ਤੋਂ ਅੰਦਾਜ਼ਾ ਹੋ ਗਿਆ ਫਿਰ ਕਿ ਯਾਰ। ਪਹਿਲੀ ਨਸਰ ਲਿਖੀ ਜਾਂ ਨਜ਼ਮ ਲਿਖੀ? ਪਹਿਲੀ ਮੈਂ ਨਸਰ ਲਿਖੀ ਜੀ। ਅੱਛਾ। ਤੇ ਜਦ ਮੈਂ ਨਸਰ ਲਿਖੀ ਤੇ ਕਲਾਸ ਵਿੱਚ ਪੜ੍ਹੀ। ਉਹ ਕਿਹੜੀ ਕਲਾਸ ਸੀ? ਇਹ ਮੈਟ੍ਰਿਕ ਦੀ ਗੱਲ ਜੇ। ਅੱਛਾ, ਮੈਟ੍ਰਿਕ ਦੀ ਗੱਲ ਜੇ। ਮੈਟ੍ਰਿਕ ਵਿੱਚ ਮੈਂ ਨਸਰ ਲਿਖੀ, ਕਲਾਸ ਵਿੱਚ ਪੜ੍ਹੀ ਤੇ ਉਸਤਾਦ ਜੀ ਮੈਨੂੰ ਆਪਣਾ ਪੈਨ ਕੱਢ ਕੇ ਦਿੱਤਾ ਤੇ ਉਹ ਇੱਕ ਮੇਰੇ ਆਨਰ ਦੀ ਗੱਲ ਹੈ। ਉਸ ਵੇਲੇ ਮਸਲਾਂ ਉਸਤਾਦ ਸ਼ਾਗਿਰਦ ਦਾ ਰਾਬਤਾ ਜਿਹੜਾ ਨਾ, ਤਲਕ ਇੱਕ ਪੈਨ ਦੇ ਨਾਲ ਬਹੁਤ ਸੀ ਕਿ ਉਹ ਇੱਕ ਆਜ਼ਾਦ ਸਮਝਿਆ ਜਾਂਦਾ ਸੀ ਕਿ ਕੋਈ ਉਸਤਾਦ ਆਪਣੀ ਚੀਜ਼ ਦੇ ਦੇਵੇ ਵਿੱਚ। ਤੇ ਉਹ ਪੈਨ ਜਿਹੜਾ ਨਾ ਉਹ ਅੱਜ ਵੀ ਮੇਰੇ ਕੋਲ ਹੈ। ਅੱਛਾ ਅੱਛਾ। ਤੇ ਮਲਕ ਸਾਹਿਬ ਜਿਹੜੇ ਸਨ ਉਹ ਵੀ ਸਾਡੀ ਬਰਾਦਰੀ ਦੇ ਸਨ, ਅਸੀਂ ਵੀ ਮਲਕ ਕਮਾਨ, ਉਹ ਵੀ ਮਲਕ ਕਮਾਨ। ਉਹਨਾਂ ਦਾ ਮੇਰੇ ਨਾਲ ਪਿਆਰ ਵੀ ਸੀ ਬੜਾ। ਤੇ ਅੱਜ ਵੀ ਮੈਂ ਜੇ ਉਹਨਾਂ ਦੇ ਘਰ ਜਾਣਾ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਉਹ ਮੇਰੇ ਉਸਤਾਦ ਹੈ ਔਰ ਉਹਨੇ ਮੈਨੂੰ ਇੱਕ ਸ਼ਮਾ ਦਿੱਤੀ, ਇੱਕ ਕਲਮ ਦਿੱਤਾ ਔਰ ਉਸ ਕਲਮ ਦੀ ਵਜ੍ਹਾ ਤੋਂ ਅੱਜ ਮੈਂ ਇੱਥੇ ਬੈਠਾ। ਅੱਛਾ, ਤੁਹਾਡੀ ਪਹਿਲੀ ਤਹਿਰੀਰ ਜਿਹੜੀ ਹੈ ਕਿਸੇ ਰਸਾਲੇ 'ਚ ਛਾਇਆ ਹੋਈ, ਅਖਬਾਰ 'ਚ ਛਾਇਆ ਹੋਈ? ਪਹਿਲੀ ਜਿਹੜੀ ਤਹਿਰੀਰ ਸੀ ਉਹ ਹਰਫ ਅਕਾਦਮੀ ਦਾ ਸਾਡਾ ਇੱਕ ਪਲੇਟਫਾਰਮ ਸੀ। ਕਰਨਲ ਮਕਬੂਲ ਸਾਹਿਬ ਸਾਡੇ ਸਨ, ਹਰਫ ਅਕਾਦਮੀ ਦੇ ਸਰਪ੍ਰਸਤ ਆਲਾ ਸਨ। ਅੱਲਾਹ ਤਾਲਾ ਉਹਦੀ ਮਗਫਰਤ ਫਰਮਾਏ, ਫੌਤ ਹੋ ਗਏ ਨੇ, ਚਲੇ ਗਏ ਇਸ ਦੁਨੀਆ ਤੋਂ। ਉਹਨਾਂ ਦੇ ਅਦਾਰਾ ਸੀ, ਉਹਦੇ ਵਿੱਚ ਸ਼ਾਇਰੀ ਛਾਇਆ ਹੋਇਆ ਸੀ। ਉਸ ਤੋਂ ਬਾਅਦ ਫਿਰ ਚਲਦੇ ਇਹ ਮਾਮਲਾ ਚੱਲਦਾ ਰਿਹਾ। ਫਿਰ TV ਚੈਨਲ ਤੇ ਵੀ ਅਸੀਂ ਆਪਣੀ ਸ਼ਾਇਰੀ ਪੜ੍ਹੀ, सोशल मीडिया ते भी मैं पढ़ी, सोशल मीडिया ते मौजूद भी है, करीन और नाज़रीन सुनते भी हैं। अच्छा, जो पहली दफ़ा स्टेज ते चढ़न का मौका मिले, सुनाउन का मौका मिले, हाँ जी, कोई दाद मिली या हुटंगी हुई? असी मैं तो पंजाबी का मज़ाहिया शायर बनने की कोशिश की। ये मैं बनया या ना बनया ये तो करीन ते नाज़रीन फैसला करन दे। सही। लेकिन मैंने कोशिश की, लेकिन अल्हम्दुलिल्लाह मैंने बड़ी अच्छा लोगों ने अप्रीशिएट किया। पहला जिहड़ा एप्रीशिएशन मिली, दाद मिली। ते पहली जिहड़ी मेरी नज़म सी वो मैं लिखी, मैं टूथब्रश उत्ते लिखी सी। अच्छा। ते टूथब्रश नाल एक मेरी पहचान बन गई कि यार तुसी टूथब्रश दी जिहड़ी खूबियां ने और जिहड़ी खूबियां ने दसियां ने ना वो आला किस्म दियां ने। तो एक पहचान, एक नज़रिया बन गया। लोग टूथब्रश दे जितने अफाल सन ना सारे के सारे वो मेरी ऑब्जर्वेशन सी, उन्होंने मैं फिर पंजाबी च मैं
ਕੀਤਾ, ਡਾਇਲੂਟ ਕੀਤਾ ਤੇ ਫਿਰ ਲੋਕਾਂ ਨੂੰ ਦੱਸਿਆ। ਅੱਛਾ, ਮੁਸ਼ਾਇਰਾ ਵੀ ਪੜ੍ਹਦੇ ਹੋ ਤੇ ਜਾਂ ਆਨਲਾਈਨ ਹੀ ਜ਼ਿਆਦਾ ਸ਼ੌਕ ਪੂਰਾ? ਮੈਂ 8-9 ਸਾਲ ਮੁਸ਼ਾਇਰਾ ਪੜ੍ਹਿਆ, ਹਰਫ ਅਕਾਦਮੀ ਦੇ ਪਲੇਟਫਾਰਮ ਤੋਂ ਮੈਂ ਸਟਾਰਟ ਕੀਤਾ। ਹਰਫ ਅਕਾਦਮੀ, ਅੱਛਾ ਠੀਕ। ਇਹ ਕਰਨਲ ਮਕਬੂਲ ਸਾਹਿਬ ਸਨ, ਉਹਨਾਂ ਦਾ ਇਹ ਪਲੇਟਫਾਰਮ ਸੀ ਤੇ ਮੈਂ ਉਹ ਤੋਂ ਸਟਾਰਟ ਦਿੱਤਾ ਸੀ। ਅੱਛਾ। ਤੇ ਮੇਰੇ ਜਿਹੜੇ ਹੋਰ ਵੀ ਕਾਫੀ ਸਾਰੇ ਸੀਨੀਅਰ ਸਾਡੇ ਉਸਤਾਦਾ ਕਰਾਮ ਵਿੱਚ ਜਿਵੇਂ ਪ੍ਰੋਫੈਸਰ ਨਈਮ ਜਾਵੇਦ ਨਈਮ ਸਾਹਿਬ, ਉਹ ਅੱਜ ਕੱਲ੍ਹ ਵਾਈਸ ਪ੍ਰਿੰਸੀਪਲ ਨੇ ਸੁਲਤਾਨਾ ਫਾਊਂਡੇਸ਼ਨ ਦੇ, ਉਹ ਰੈਗੂਲਰ ਅਟੈਂਡ ਕਰਦੇ ਨੇ। ਤੇ ਮੈਨੂੰ ਇੰਟੀਮੇਸ਼ਨ ਆਉਂਦੀ ਹੈ, ਲੇਕਿਨ ਸੱਚੀ ਗੱਲ ਹੈ ਸੁਸਤੀ ਹੈ ਜਾਂ ਕਹਿ ਲਓ ਤੁਸੀਂ, ਤੇ ਮੈਂ ਘੱਟ ਵੱਧ ਹੀ ਚਾਹੁੰਦਾ। ਸਹੀ। ਔਰ ਦੂਸਰੀ ਗੱਲ ਇਹ ਵੀ ਕਿ ਮੈਂ ਪਸੰਦ ਕਰਨਾ ਕਿ ਸੋਸ਼ਲ ਮੀਡੀਆ ਤੇ ਉੱਤੇ ਆਪਣੀ ਤੁਸੀਂ ਸ਼ਾਇਰੀ ਦੇ ਦਿਓ, ਉੱਥੇ ਲੋਕ ਪੜ੍ਹ ਲੈਂਦੇ ਨੇ, ਉਹਨੂੰ ਅਪਸ਼ੇਟ ਵੀ ਕਰ ਲੈਂਦੇ ਨੇ। ਦੂਸਰੀ ਗੱਲ ਕਿਉਂ ਚੀਜ਼ ਹੈ ਸਰ, ਇਹ ਜਿਹੜਾ ਮੋਬਾਈਲ ਹੈ ਨਾ, ਇਹ ਇੱਕ ਐਸਾ ਯੂਨੀਕ ਕਿਸਮ ਦਾ ਮੋਡ ਹੈ ਨਾ ਕਿ ਤੁਸੀਂ ਹਰ ਚੀਜ਼ ਇੱਕ ਕਲਿੱਕ ਉੱਤੇ ਪੜ੍ਹ ਸਕਦੇ ਹੋ। ਬਿਲਕੁਲ ਸਹੀ। ਸ਼ਾਇਰੀ ਵਾਸਤੇ ਸੁਣਨ ਵਾਸਤੇ ਵੀ ਤੁਹਾਡੇ ਜਿਹੜੇ ਸਾਮੀਨ ਹੋਣੇ ਚਾਹੀਦੇ ਨੇ ਉਹ ਐਸੇ ਹੋਣੇ ਚਾਹੀਦੇ ਜਿਹੜੇ ਤੁਹਾਨੂੰ ਪਤਾ ਹੋ ਕਿ ਤੁਸੀਂ ਕੀ ਕਹਿ ਰਹੇ ਹੋ, ਤੁਹਾਡੇ ਸਾਹਮਣੇ ਕੀ ਬਿਆਨ ਕਰ ਰਿਹਾ ਹੈ ਬੰਦਾ। ਤੇ ਅੱਜ ਕੱਲ੍ਹ ਜਿਹੜੇ ਲੋਕ, ਜਿਹੜੇ ਲੜਕੇ, ਯੰਗ ਲੜਕੇ ਆ ਰਹੇ ਨੇ ਨਾ, ਉਹਨਾਂ ਨੂੰ ਅਦਬ ਔਰ ਅਦਬ ਦੀ ਜਿਹੜੀ ਤਹਿਜ਼ੀਬ ਹੈ ਨਾ, ਉਹਨੂੰ ਸਮਝਣ ਵਾਸਤੇ ਟਾਈਮ ਚਾਹੀਦਾ। ਤੇ ਉਹ ਆਸਾ ਆਸਾ ਗਿਰਾਵਟ ਆਉਂਦੀ ਜਾ ਰਹੀ ਹੈ। ਅਸੀਂ ਜਿਸ ਬੁਲੰਦੀ ਤੋਂ ਜਾਣਾ ਚਾਹੁੰਦੇ ਸਾਂ ਉਸ ਬੁਲੰਦੀ ਨੂੰ ਟੱਚ ਨਹੀਂ ਕਰ ਪਾ ਰਹੇ। ਮਿਆਰ ਨਹੀਂ ਹੈ, ਉਹ ਪੈਮਾਨਾ ਨਹੀਂ ਹੈ, ਉਹਨੂੰ ਜੱਜ ਕਰਨ ਦਾ ਜਿਹੜਾ ਨਾ ਇੱਕ ਹੁੰਦਾ ਹੈ ਜਿਹੜਾ ਲੈਵਲ, ਉਹ ਨਹੀਂ, ਮੈਂਟਲ ਲੈਵਲ, ਮੈਂਟਲ ਅਪਰੋਚ ਜਿਹੜੀ ਹੈ। ਜੀ ਜੀ। ਅੱਛਾ ਜ਼ਾਹਰ, ਤੁਸੀਂ ਕਿੰਨੇ ਅਰਸੇ ਤੋਂ ਸ਼ਾਇਰੀ ਲਿਖ ਰਹੇ ਹੋ, ਫੀਚਰ ਨਗਾਰੀ ਕਰ ਰਹੇ ਹੋ, ਕਾਲਮ ਲਿਖ ਰਹੇ ਹੋ, ਤੇ ਤੁਹਾਡੇ ਕੋਲ ਮੌad ਦੀ ਕਮੀ ਤਾਂ ਨਹੀਂ ਹੋਏਗੀ ਜੀ। ਤੇ ਅਸੀਂ ਤੁਹਾਡੀਆਂ ਕਿਤਾਬਾਂ ਜਿਹੜੀਆਂ ਮਾਰਕੀਟ 'ਚ ਪਬਲਿਸ਼ ਹੋਈਆਂ ਨਹੀਂ ਦੇਖ ਰਹੇ ਜੀ, ਇਹ ਕਦੋਂ ਤੱਕ ਕੋਈ ਪ੍ਰੋਗਰਾਮ ਹੈ ਤੁਹਾਡਾ? ਇਨਸ਼ਾਅੱਲਾ ਕਿਤਾਬਾਂ ਮੇਰੀਆਂ ਤਕਰੀਬਨ ਕੰਪਲੀਟ ਹੋ ਚੁੱਕੀਆਂ, 2 ਕਿਤਾਬਾਂ ਤਕਰੀਬਨ ਕੰਪਲੀਟ ਹੈ। ਇਨਸ਼ਾਅੱਲਾ ਬਹੁਤ ਜਲਦੀ ਮਾਰਕੀਟ 'ਚ ਆ ਜਾਏ, ਸ਼ਾਇਰੀ ਤੇ ਪਲੱਸ ਸ਼ਾਇਰੀ ਦੀ, ਔਰ ਇਨਸ਼ਾਅੱਲਾ ਨਸਰ ਨਗਾਰੀ ਦੀ ਵੀ, ਨਸਰ ਨਗਾਰੀ ਇਨਸ਼ਾਅੱਲਾ ਸਹੀ ਜਲਦੀ ਆ ਜਾਏਗੀ। ਅੱਛਾ, ਤੁਸੀਂ ਉਰਦੂ ਟੂ ਡੇਟ ਦੇ ਐਡੀਟੋਰੀਅਲ ਐਡੀਟਰ ਦੇ ਤੌਰ ਤੇ ਵੀ ਆਪਣੀ ਸਰਗਰਮੀਆਂ ਜਿਹੜੀਆਂ ਜਾਰੀ ਰੱਖੀਆਂ ਨੇ। ਜੀ ਜੀ। ਤੇ ਉਹਦੇ 'ਚ ਜ਼ਿਆਦਾਤਰ ਕੌਮੀ ਤੇ ਬੈਨ ਅਲ-ਕੌਮੀ ਨਵੇਂ ਲਿਖਣ ਵਾਲੇ ਸ਼ਾਇਰ, ਨਸਰ ਨਗਾਰ, ਅਦੀਬਾਂ ਤੁਸੀਂ ਜਗ੍ਹਾ ਦਿੰਦੇ। ਅੱਜ ਦੇ ਦੌਰ ਤੇ ਇੱਕ ਐਡੀਟਰ ਦੇ ਤੌਰ ਤੇ ਤੁਸੀਂ ਨਹੀਂ ਸਮਝਦੇ ਕਿ ਕੋਈ ਤਹਿਰੀਰ ਅਗਰ ਕੋਈ ਲਿਖਾਰੀ ਲੈ ਹੁੰਦਾ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਉਹ ਲਿਖੀ ਹੈ, ਤੁਹਾਨੂੰ ਜੱਜ ਹੋ ਸਕਦਾ ਵਾ ਕਿ ਯਾਰ ਇਹਦੀ ਆਪਣੀ ਤਖਲੀਕ ਨਹੀਂ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ? ਕਿਉਂਕਿ ਤੁਸੀਂ ਐਡੀਟਰ ਦੇ ਤੌਰ ਤੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਖਾਲਿਦ ਭਾਈ। ਮੇਰੇ ਨਾਲ ਇੱਕ ਵਾਕਿਆ ਹੋ ਚੁੱਕਿਆ। ਅੱਛਾ। ਸਾਡੇ ਇੱਕ ਲਾਹੌਰ ਦੇ ਬੜੇ ਮਸ਼ਹੂਰ ਸਨ ਸ਼ਾਇਰ, ਆਪਣੇ ਆਪ ਨੂੰ ਕਹਿਣਾ ਸਨ, ਉਹਨਾਂ ਦੀ ਤਹਿਰੀਰ ਮੇਰੇ ਕੋਲ ਆਈ, 2 ਦਫਾ ਆਈ। ਤੇ ਜਦ ਉਹ ਆਈ ਤੇ ਮੈਂ ਉਹਨੂੰ ਪੜ੍ਹੀ ਤਾਂ ਮੈਂ ਕਿਹਾ ਯਾਰ ਇਹ ਤੁਹਾਡੀ ਸ਼ਾਇਰੀ ਨਹੀਂ ਹੈ, ਇਹ ਤੇ ਤੁਸੀਂ ਕਿਸੇ ਦੀ ਕਾਪੀ ਕੀਤੀ ਹੈ। ਔਰ ਕਾਪੀ ਕਰਦੇ ਇਹ ਫਿਰ ਮੈਂ ਉਹਨੂੰ ਹਾਈਲਾਈਟ ਕਰਕੇ ਦੱਸੇ, ਇਹ ਜਿਹੜੇ 4 ਜਿਹੜੇ ਬੰਦ ਨੇ ਨਾ, ਇਹ ਤੁਹਾਡੇ ਨਹੀਂ ਨੇ, ਔਰ ਮੈਂ ਉਸ ਸ਼ਾਇਰ ਨੂੰ ਵੀ ਜਾਣਦਾ ਜਿਹਦੇ ਹੈ ਨੇ। ਅੱਛਾ। ਤੇ ਉਹਨੂੰ ਫਿਰ ਅਸੀਂ ਬਿਆਨ ਕਰ ਦਿੱਤਾ। ਬਿਆਨ ਕਰਨ ਦੇ ਬਾਅਦ ਫਿਰ ਮੈਂ ਆਪਣੇ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਗਰੁੱਪ ਹੈ ਉਹਦੇ ਪਾਇਆ, ਮੈਂ ਕਿਹਾ ਭਾਈ ਇਹ ਜਿਹੜਾ ਬੰਦਾ ਹੈ ਇਹਨੇ ਕਾਪੀ ਕੀਤੀ ਹੈ ਔਰ ਇਹਨੇ ਉਸ ਸ਼ਾਇਰ ਦੀ ਚੀਜ਼ ਚੁੱਕੀ ਹੈ, ਤੇ ਅੱਜ ਦੇ ਬਾਅਦ ਇਹਨੂੰ ਵੀ ਤੁਸੀਂ ਨਾ ਕਰਾਸ ਲਾ ਦਿਓ। ਉਸ ਕਰਾਸ ਨਾਲ ਫਿਰ ਇਹ ਹੋਇਆ ਕਿ ਐਸੇ ਜਿੰਨੇ ਬੰਦੇ ਜਿਹੜੇ ਸਨ, ਜਿਹੜੇ ਕੋਸ਼ਿਸ਼ ਕਰ ਰਹੇ ਸਨ ਨਾ ਚੀਜ਼ਾਂ ਖਿੱਚਣ ਦੀਆਂ ਜਾਂ ਅਸੀਂ ਪੰਜਾਬੀ ਨਕਲ ਮਾਰਨ ਦੀਆਂ, ਉਹ ਸਾਰੇ ਕਿਸੇ ਅਲਰਟ ਹੋ ਗਏ, ਉਹਨਾਂ ਦੇ ਕੰਨ ਖੜੇ ਹੋ ਗਏ ਕਿ ਭਾਈਜਾਨ ਇਹ ਜਿਹੜਾ ਬੰਦਾ ਜਿਹੜਾ ਬੈਠਾ ਹੈ ਨਾ, ਇਹ ਪੜ੍ਹਦਾ ਵੀ ਹੈ ਤੇ ਸਰਚ ਵੀ ਕਰਦਾ ਕਿ ਤੁਸੀਂ ਕੀ ਚਲਾ ਰਹੇ ਹੋ ਸਾਡੇ ਨਾਲ। ਜ਼ਾਹਰ ਜਿੰਨੇ ਚਿਰ ਐਡੀਟਰ ਦੀ ਆਪਣੀ ਜਿਹੜੀ ਆ ਕੈਨਵਸ ਵਸੀ ਨਹੀਂ ਹੋਏਗਾ, ਉਹਦੀ ਆਪਣੀ ਥਾਟ ਜਿਹੜੀ ਆ, ਮਤਲਬ ਜ਼ਿਆਦਾ ਪੜ੍ਹੋਗੇ ਤੇ ਜ਼ਿਆਦਾ, ਕਿਉਂਕਿ ਸਾਨੂੰ ਅਸੀਂ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਅਸਾਤਜ਼ਾ ਨੇ ਇਹੀ ਗੱਲ ਸਮਝਾਈ ਕਿ ਜਿੰਨਾ ਜ਼ਿਆਦਾ ਪੜ੍ਹੋਗੇ ਨਾ ਤੁਹਾਡੀ ਤਹਿਰੀਰ ਚੋਂ ਨਾ ਨਿਖਾਰ ਅੱਛੇ ਡੈਫੀਨਿਟਲੀ ਸਰ। ਤੁਸੀਂ ਜਦ ਇਲਮ ਨੂੰ ਅਬਜ਼ਰਵ ਕਰੋਗੇ, ਇਲਮ ਨੂੰ ਆਪਣੇ ਦਿਮਾਗ ਵਿੱਚ ਲੈ ਕੇ ਆਓਗੇ, ਉਹਦਾ ਤੁਸੀਂ ਖਾਕਾ ਬਣਾਉਣ ਦੀ ਕੋਸ਼ਿਸ਼ ਕਰੋਗੇ, ਤभी ਤੁਸੀਂ ਕੁਝ ਸਿੱਖ ਸਕਦੇ ਹੋ ਨਾ। ਤੇ ਮੈਂ ਕਹਿਣਾ ਕਿ ਅਸੀਂ ਵੀ ਤਾਲਿਬ ਇਲਮ ਆ, ਅਸੀਂ ਅਸੀਂ ਐਡੀਟਰ ਨਹੀਂ ਕਹਿੰਦੇ ਆਪਣੇ ਆਪ ਨੂੰ। ਹੁਣ ਜਿਹੜਾ ਮੇਰਾ ਪੇਜ ਹੈ ਉਰਦੂ ਟੂ ਡੇਟ, ਉਹ ਤਕਰੀਬਨ ਪਿਛਲੇ 5 ਸਾਲ ਤੋਂ ਨਿਕਲ ਰਿਹਾ, ਇਹ ਫ੍ਰੀ ਆਫ ਕਾਸਟ ਹੈ, ਇਹਦੇ 'ਚ ਕੋਈ ਚਾਰजेस ਨਹੀਂ ਹੈ। ਤੇ ਲੋਕ ਆਪਣੀ ਸ਼ਾਇਰੀ ਮੈਨੂੰ ਭੇਜ ਦਿੰਦੇ ਨੇ। ਅਸੀਂ 4 ਸੀਨੀਅਰ ਸ਼ਾਇਰਾਂ, ਸੀਨੀਅਰ ਜਿਹੜੇ ਸ਼ਾਇਰ ਨੇ ਜਿਹੜੇ ਪਾਕਿਸਤਾਨ ਦੇ ਨਾਮੀ ਗ੍ਰਾਮੀ ਨੇ, ਇੰਟਰਨੈਸ਼ਨਲ ਨੇ, ਉਹ ਤੇ 4 ਜਿਹੜੇ ਜੂਨੀਅਰ ਸ਼ਾਇਰ ਨੇ ਉਹਨਾਂ ਨੂੰ ਸ਼ਾਮਿਲ ਕਰਨੇ ਆ। ਉਹਦੇ ਨਾਲ ਇਹ ਐਡਵਾਂਟੇਜ ਹੁੰਦਾ ਹੈ ਕਿ ਜਦ ਉਹ ਸ਼ੇਅਰ ਹੁੰਦਾ ਹੈ ਉਹਨਾਂ ਦੀ ਵਾਲਪੇਪਰ ਤੇ ਵੀ ਜਾਏਗਾ, ਤੁਸੀਂ ਵੀ ਪੜ੍ਹੋਗੇ, ਮੈਂ ਵੀ ਪੜਾਂਗਾ, ਨਾਲ ਛੋਟਾ ਬੱਚਾ ਵੀ ਪੜ੍ਹਾ ਜਾਏਗਾ, ਛੋਟਾ ਸ਼ਾਇਰ ਵੀ ਤਿਆਰ ਹੋਏਗਾ, ਉਹਦੀ ਹੌਸਲਾ ਅਫਜ਼ਾਈ ਵੀ ਹੋਏਗੀ ਤੇ ਉਹਨੂੰ ਇੱਕ ਨਾ ਉਹ ਸਲॉट ਮਿਲ ਜਾਂਦੀ ਹੈ ਕਿ ਯਾਰ ਵਾਕਈ ਮੇਰਾ ਸ਼ਾਇਰ ਕਲਾਮ ਵੱਡੇ ਨਾਲ ਲੱਗਿਆ। ਉਹ ਫਿਰ ਉਹਦੇ 'ਚ ਨਾ ਇੱਕ
तलब आ जाती है, जज्बा आ जाता है, ਸਹੀ ਬਾਤ एक चीज ਉਹਦੇ ਚ ਬੜੀ ਜਾਏਗੀ ਕਿ ਯਾਰ ਮੈਂ ਲਿਖ ਸਕਦਾ। ਫਿਰ ਜਦ ਅਸੀਂ ਪੜ੍ਹਨਿਆਂ ਨੂੰ ਦੱਸਦੇ ਆ ਭਾਈ ਇਹ ਜਿਹੜੀ ਚੀਜ਼ ਹੈ ਇਹਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲੈ, ਫਿਰ ਉਹਦੀ ਸਲਾਹ ਵੀ ਹੋ ਜਾਂਦੀ ਹੈ ਨਾਲ। ਅੱਛਾ ਤੁਸੀਂ ਹਾਂਜੀ ਜੀ ਇੱਕ ਫਿਰ ਮੈਂ ਤੁਹਾਨੂੰ ਦੱਸਾਂ ਕਿ ਸਾਡਾ ਜਿਹੜਾ ਪੇਜ ਹੈ ਇਹ ਜਿਹੜਾ ਉਰਦੂ ਟੂ ਡੇਟ ਹੈ एडिटोरियल है, ये एक हफ्ते खवातीन का निकलता अच्छा और एक हफ्ते हजरात का निकलता। सही सही ਤੇ ਇੰਟਰਨੈਸ਼ਨਲ ਲੈਵਲ ਦੇ ਲੋਕ ਉਹ ਵੀ ਸ਼ਾਮਿਲ ਹੁੰਦੇ, ਸਾਡੇ ਮੁਲਕੀ ਵੀ ਸ਼ਾਮਿਲ ਹੁੰਦੇ, ਲੋਕਲ ਲੈਵਲ ਦੇ ਲੋਕ ਵੀ ਸ਼ਾਮਿਲ ਹੁੰਦੇ। ਤੇ ਅੱਛਾ ਨਜਮ ਸਾਹਿਬ ਸ਼ਾਇਰੀ ਲਈ ਆਮਦ ਜਿਹੜੀ ਹੈ ਉਹਦੇ ਲਈ ਕੋਈ ਖਾਸ ਵਕਤ ਖਾਸ ਮਾਹੌਲ ਦੀ ਜ਼ਰੂਰਤ ਹੁੰਦੀ ਹੈ ਜਾਂ ਰਾਹ ਚੱਲਦੇ ਵੀ ਕੋਈ ਸ਼ਾਇਰੀ ਆ ਹੀ ਜਾਂਦੀ ਖਾਲਿਦ भाई मेरी ਜਿਹੜੀ ਹੈ ਨਾ ਉਹ ਹੈ ਨਜ਼ਰੀਆ ਹੈ ਕਿ ਸ਼ਾਇਰੀ ਦਾ ਕੋਈ ਟਾਈਮ ਨਹੀਂ ਹੁੰਦਾ। ਅੱਛਾ ਹਾਂ ਤੁਸੀਂ ਰੋਡ ਉੱਤੇ ਚੱਲ ਰਹੇ ਹੋ, ਤੁਹਾਨੂੰ ਕੋਈ ਚੀਜ਼ ਅਬਜ਼ਰਵ ਹੋਗੀ, ਤੁਸੀਂ ਲਿਖ ਲੈਂਦੇ ਹੋ, ਅੱਛਾ ਦਿਮਾਗ ਵਿੱਚ ਆ ਜਾਂਦੀ ਹੈ ਕਿ ਯਾਰ ਮੈਂ ਇਹ ਚੀਜ਼ ਅਬਜ਼ਰਵ ਕੀਤੀ ਸੀ। ਤੇ ਜਾਂ ਤੁਸੀਂ ਕਿ ਸੁੱਤੇ ਪਏ ਹੋ, ਸੁੱਤੇ ਜਾਗੇ ਹੋ ਔਰ ਉੱਠ ਕੇ ਤੁਸੀਂ ਵਾਸ਼ਰੂਮ ਵਿੱਚ ਗਏ ਹੋ, ਵਾਸ਼ਰੂਮ ਤੋਂ ਵਾਪਸ ਆਏ ਹੋ, ਪਾਣੀ ਪੀਤਾ, ਤੁਹਾਨੂੰ ਚੀਜ਼ ਆ ਗਈ, ਤੁਸੀਂ ਲਿਖ ਦਿੱਤਾ। ਮੈਂ ਇਸ ਤਰ੍ਹਾਂ ਲਿਖਦਾ ਬਸ ਆਮਦ ਜਿਹੜੀ ਹੈ ਹਾਂ, ਜਿਸ ਤਰ੍ਹਾਂ ਆਮਦ ਆ ਗਈ। ਔਰ ਤੁਹਾਨੂੰ ਪਤਾ ਹੈ ਸ਼ਾਇਰੀ ਇਹ ਅਤਾ ਹੁੰਦੀ ਹੈ, ਇਹ ਅੱਲਾਹ ਰੱਬੁਲ ਅਜ਼ੀਜ਼ ਦੀ ਤਰਫ ਨਾਲ ਇੱਕ ਤੋਹਫਾ ਹੈ। ਤੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਆਮ ਬੰਦੇ 'ਚ ਔਰ ਸ਼ਾਇਰ 'ਚ ਇਹ ਫਰਕ ਹੁੰਦਾ ਹੈ ਕਿ ਉਹਨੂੰ ਇੱਕ ਨਾ ਅੱਲਾਹ ਤਾਲਾ ਨੇ ਖਾਸ ਖਸੂਸੀਅਤ ਦਿੱਤੀ ਹੈ, ਇੱਕ ਟੂਲ ਦਿੱਤਾ ਹੈ, ਇੱਕ ਪੈਮਾਨਾ ਦਿੱਤਾ ਹੈ, ਇੱਕ ਨਜ਼ਰੀਆ ਦਿੱਤਾ ਹੈ, ਇੱਕ ਸੋਚ ਦਿੱਤੀ ਹੈ। ਤੇ ਬਸ ਇਹ परवरदिगार ਦਾ ਸ਼ੁਕਰ ਹੈ, ਔਰ ਜਬ ਆਂਦੀ ਹੈ ਮੈਂ ਲਿਖ ਲੈਣਾ ਜੀ। ਅੱਛਾ ਤੁਸੀਂ ਵੀ ਜਿਹੜੀ ਸ਼ਾਇਰੀ ਵਾਇਰਲ ਹੋ ਜਾਂਦੀ ਹੈ ਜੀ ਜੀ ਮਸਾਂ ਇੱਕ ਬੰਦਾ ਪਾਉਂਦਾ ਕੋਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਹਾਂਜੀ ਉਹ ਚਾਹੇ ਸ਼ਾਇਰੀ ਹੋਵੇ ਜਾਂ ਬਸ ਐਵੇਂ ਕੋਈ ਚੀਜ਼ ਨਿਕਲ ਜਾਂਦੀ ਹੈ, ਜਾਂ ਤੁਸੀਂ ਚਾਹੁੰਦੇ ਹੋ ਕੋਈ ਸ਼ਾਇਰੀ ਜਿਹੜੀ ਮਰੱਜਾ ਅਸੂਲਾਂ ਦੇ ਉੱਤੇ ਆ ਜੀ ਉਹ ਸ਼ਾਇਰੀ ਹੈ ਵਾਇਰਲ ਹੋ ਜਾਣੀ ਇੱਕ ਅਲੱਗਾ ਚੀਜ਼ ਆ। ਖਾਲਿਦ ਭਾਈ ਅੱਜ ਦਾ ਜਿਹੜਾ ਦੌਰ ਹੈ ਨਾ ਉਹ ਵਾਇਰਲ ਦੌਰ ਹੈ, सोशल मीडिया का दौर है, वायरल दौर है। तार चलती है, तार चलती चलती कितने पहुंच जाती है। ठीक है, ਤੁਸੀਂ ਦੇਖੋ ਨਾ ਅਸੀਂ ਮੋਬਾਈਲ 'ਚ ਬੈਠੇ ਹਰ ਚੀਜ਼ ਕਲਿੱਕ ਕਰ ਲੈਂਦੇ ਹਾਂ, ਕੋਈ ਤਾਰ ਨਹੀਂ, ਕੋਈ ਕੁਛ ਨਹੀਂ, ਇਹ ਵੀ ਵਾਇਰਲ ਹੈ ਨਾ। ਤੇ ਅੱਜ ਜਿਹੜੀ ਸ਼ਾਇਰੀ ਜਿਹੜੀ ਨੌਜਵਾਨ ਨਸਲ ਹੈ ਉਹ ਵਾਇਰਲ ਚੀਜ਼ ਪਸੰਦ ਕਰਦੀ ਹੈ। ਉਹ ਜਿਹੜਾ ਅੱਜ 2 ਸਾਲ 3 ਸਾਲ 4 ਸਾਲ 5 ਸਾਲ ਦਾ ਟਾਈਮ 'ਚ ਗੁਜ਼ਰ ਰਿਹਾ। ਤੇ ਮੈਂ ਤਾਂ ਕਹਿੰਦਾ ਜਿਹੜੀ ਸ਼ਾਇਰੀ ਹੈ ਨਾ ਉਸ ਦੀ ਸ਼ਾਇਰੀ ਹੋਈ ਹੈ, ਇਹ ਵਾਇਰਲ ਸ਼ਾਇਰੀ ਕੁਛ ਨਹੀਂ ਹੈ। ਇਹਦਾ ਜਿਹੜਾ ਨਾ ਸਾਡੇ ਜਿਹੜਾ ਅਦਬ ਨਾਲ ਅਦੀਬ ਨਾਲ ਕੋਈ ਤਾਲੁਕ ਨਹੀਂ ਹੈ। ਇਹ ਤੇ ਆਪ ਜਿਹੜਾ ਕਿ ਲੱਠੀ ਦੀ ਜ਼ਬਾਨ ਹੈ, ਲੱਠਾ ਬੋਲ ਹੈ ਤੇ ਤੁਸੀਂ ਵੀ ਬੋਲ ਰਹੇ ਹੋ, ਲੱਠਾ ਚੁੱਪ ਹੈ ਤੇ ਤੁਸੀਂ ਵੀ ਚੁੱਪ ਹੋ। ਇਹ ਸ਼ਾਇਰੀ ਤਾਂ ਨਹੀਂ ਹੈ ਨਾ, ਸਹੀ ਇਹ ਇੱਕ ਨਿਜ਼ਾਮ ਹੈ ਬਸ। ਅੱਛਾ ਤੁਸੀਂ ਫੀਚਰ ਲਿਖੇ, ਕਾਲਮ ਲਿਖੇ, ਸ਼ਾਇਰੀ ਕੀਤੀ, ਇੱਕ ਹਰ ਲਿਖਾਰੀ ਜਿਹੜਾ ਵਾ ਉਹ ਹਸਾਸ ਹੁੰਦਾ ਵੈਸੇ ਤੇ ਉਹ ਹਸਾਸੀਅਤ ਹੀ ਉਹਨੂੰ ਲਿਖਾਈ ਦੀ ਤਰਫ ਲੈ ਕੇ ਆਉਂਦੀ। ਤੁਸੀਂ ਕਹਾਣੀ ਵੱਲ ਨਹੀਂ ਆਏ, ਹਾਲਾਂਕਿ ਤੁਹਾਡੇ ਜਿਹੜੀਆਂ ਚੀਜ਼ਾਂ ਅਸੀਂ ਪੜ੍ਹਦੇ ਹਾਂ ਉਹ 'ਚ ਮਹਿਸੂਸ ਹੁੰਦਾ ਕਿ ਅਗਰ ਤੁਸੀਂ ਕਹਾਣੀ ਵੱਲ ਆਉਂਦੇ ਤੇ ਤੁਸੀਂ ਅੱਛੀ ਕਹਾਣੀਆਂ ਤਖਲੀਕ ਕਰ ਸਕਦੇ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਵਾकई कहानी तरफ मेरा अभी तक ध्यान नहीं बढ़िया और मेरा दिल करता है कि मैं कहानी लिखा, अच्छी कहानी लिखा। तो इंशाल्लाह ताला फ्यूचर में मेरा प्लान है और सोच भी है कहानी लिखनी चाहिए, इसलिए कि ये भी एक अदब का हिस्सा है और अदब का ही कंप्लीट होता है जब तुम त्रै चारों शोबे मुकम्मल अबूर रखो। मैं ये नहीं कहना मेरे को अबूर है, मैं तो तालिब इल्म हाँ। और इंसान वो कहते हैं कि इंसान माँ की गोद तो लैकर मरने तक सीखता ही जाता है, तो ये सीख रहे हैं, सीखते रहांगे जब तक निज़ाम चलता पे। अल्लाह ताला यानी कि मुस्तकबिल जड़ा उम्मीद करते हैं कि तुसी कहानी वाल भी आओगे, थोड़े उस्ताद रहे, दोस्त रहे। फीचर नगारी जी एक ਤੁਹਾਡੀ ਪਹਿਚਾਨ ਹੈ। हाँ जी ठीक, ਤੁਸੀਂ ਉਹ ਵੀ ਲਿਖੇ ਕਾਫੀ, ਫਿਰ ਤੁਸੀਂ ਮਜ਼ਾਹੀਆ ਪੰਜਾਬੀ ਸ਼ਾਇਰੀ ਦੀ जी ਆ ਲਾਏ ਤੁਸੀਂ, ਤੁਹਾਨੂੰ ਨਸਰ ਆਸਾਨ ਲੱਗੀ ਜਾਂ ਸ਼ਾਇਰੀ? सर दोनों चीज़ां मुश्किल ने, मेरे 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 ख्यालात के मुताबिक दोनों चीज़ां मुश्किल ने। नसर च ये है कि नसर च तुहानू बंद बयानियां बनाना पैंदा है, नसर च सोचना पैंदा है, ऑब्जरवेशन लानी पैंदी है और ਇਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਨਾ ਵਰਡਿਕ ਔਰ ਖਿਆਲਾਤ ਨੂੰ ਇਕੱਠਾ ਕਰਨਾ ਪੈਂਦਾ ਹੈ, ਇੱਕ ਬਾਂਧ ਵਿੱਚ ਬਣਾਉਣਾ ਨੂੰ ਕਰਨਾ ਪੈਂਦਾ। ਜਿਹੜੀ ਸ਼ਾਇਰੀ ਹੈ ਉਹ ਸ਼ਾਇਰੀ ਵਿੱਚ 2 ਲਫ਼ਜ਼ ਤੁਸੀਂ ਪੂਰਾ ਕੂਜ਼ਾ ਬੰਦ ਕਰ ਦਿੰਦੇ ਹੋ। ਤੁਸੀਂ ਖਿਆਲਾਤ ਨੂੰ, ਤਖਲੀਕ ਨੂੰ, ਬਿਆਨੀਆਂ ਨੂੰ 2 ਲਫ਼ਜ਼ਾਂ 3 ਲਫ਼ਜ਼ਾਂ ਕਿਤਾਬ ਤੇ 7 ਲਾਈਨਾਂ ਵਿੱਚ ਤੁਸੀਂ ਪਰੋ ਦਿੰਦੇ। ਲੇਕਿਨ ਉਹ ਪਰੋਣਾ ਔਖਾ ਵੀ ਪਰੋਣਾ ਔਖਾ ਕੰਮ, ਇਹ ਤੇ ਗੱਲ ਸਾਨੂੰ ਹੈ ਨਾ। ਫਿਰ ਮਸਲ ਨਸਰ ਚ ਤੇ ਤੁਹਾਡੇ ਕੋਲ ਅਲਫਾਜ਼ ਹੈ ਨੇ, ਤੁਸੀਂ 2-4 ਲਿਖਦੇ ਲਿਖਦੇ 1000 ਤੱਕ ਵੀ ਜਾ ਸਕਦੇ, ਲੇਕਿਨ ਉਹ ਜਿਹੜੀ ਤੁਹਾਨੂੰ ਇੱਕ ਬੰਦਿਸ਼ ਆ ਉਹਦੇ ਵਿੱਚ ਤੇ ਰਹਿਣਾ ਪੈਂਦਾ ਨਾ। ਇਸ ਵਿੱਚ ਤੁਹਾਡੀ ਗੱਲ ਹੈ। ਅੱਛਾ ਤੁਸੀਂ ਲਿਖਿਆ ਵੀ ਔਰ ਬਰਮਲਾ ਇਸ ਗੱਲ ਦਾ ਇਜ਼ਹਾਰ ਵੀ ਕਰਦੇ ਹੋ ਕਿ ਤੁਸੀਂ ਸ਼ਾਇਰੀ ਚ ਅਨਵਰ ਮਸੂਦ ਸਾਹਿਬ ਨੂੰ ਆਪਣਾ ਉਸਤਾਦ ਮੰਨਦੇ ਹੋ। ਮੇਰੇ ਉਸਤਾਦ
ਉਹ ਤੇ ਸਰ ਉਹਨਾਂ ਦਾ ਤਾਲੁਕ ਕਿਸ ਤਰ੍ਹਾਂ ਬਣਿਆ ਤੁਹਾਡਾ? ਉਹ ਤੇ ਲੈਜੈਂਡ ਨੇਤਾ, ਮੈਂ ਕਹਿੰਦਾ ਉਹ ਤੇ ਪੰਜਾਬੀ ਦਾ ਇੱਕ ਇਨਸਾਈਕਲੋਪੀਡੀਆ ਹੈ, ਠੀਕ ਹੈ ਨਾ, ਉਹਦਾ ਤੇ ਕੋਈ ਹੈ ਨਹੀਂ। ਅਸਲ ਤੇ ਮਕਸੂਦ ਸਾਹਿਬ ਨਾਲ ਮੇਰੀ ਰਾਬਤਾ ਇਸ ਤਰ੍ਹਾਂ ਹੋਇਆ ਕਿ ਅਸੀਂ ਕਾਲਜ ਸਾਂ ਤੇ ਉਹ ਆਏ ਸਨ, ਤੇ ਮੈਂ ਫਿਰ ਉੱਤੇ ਪਿੰਡ ਦਾ ਵਿਆਹ ਕੁਝ ਥੋੜਾ ਜਿਹਾ ਲਿਖਿਆ ਸੀ, ਤੇ ਮੈਂ ਕਿਹਾ ਸਰ ਅਗਰ ਤੁਸੀਂ ਇਜਾਜ਼ਤ ਦਿਓ ਤੇ ਮੈਂ ਸੁਣਾ ਦੇਵਾਂ ਤਾਂ। ਅੱਛਾ। ਉਹਨਾਂ ਨੇ ਕਿਹਾ ਬਰਖੁਰਦਾਰ ਤੂੰ ਸੁਣਾ ਲੈਂਦਾ? ਮੈਂ ਕਿਹਾ ਜੀ ਮੈਂ ਕੋਸ਼ਿਸ਼ ਕਰ ਸਕਦਾ, ਤੁਹਾਡੇ ਕਿ ਮੈਂ ਨਹੀਂ ਸੁਣਾ ਸਕਦਾ, ਕੋਸ਼ਿਸ਼। ਖੈਰ ਉਹਨੇ ਫਿਰ ਸੁਣਾਇਆ, ਉਹਨਾਂ ਨੇ ਕਿਹਾ, ਫਿਰ ਮੈਨੂੰ ਦਸਤੇ ਸ਼ਫਕਤ ਰੱਖਿਆ, ਫਿਰ ਸਿਰ ਤੇ ਪਿਆਰ ਦਿੱਤਾ ਉਹਨਾਂ ਨੇ। ਇਹ ਅੱਜ ਤੋਂ 15-16 ਸਾਲ ਪਹਿਲੀ ਦੀ ਗੱਲ ਹੈ। ਤੇ ਉਹ ਬਸ ਉਸਤਾਦ ਵੀ ਨੇ ਬਸ ਅਨਵਰ ਮਸੂਦ ਸਾਹਿਬ ਦੀ ਇੱਕ ਬਨੈਣ ਹੀ ਜਿਹੜੀ ਹੈ ਉਹੀ ਉਹਨਾਂ ਦੀ ਸਾਰੀ ਸ਼ਾਇਰੀ ਦੇ ਭਾਰੀ, ਬਹੁਤ ਭਾਰੀ, ਬਸ ਉਹ ਬਨੈਣ ਦੇ ਨਾਲ ਹੀ ਪੂਰਾ ਮਜਮਾ ਕੰਟਰੋਲ ਕਰਦਾ। ਯਹੀ ਗੱਲ ਜੀ। ਹੁਣ ਪਿਛਲੇ ਦਿਨੋਂ ਕੋਈ ਅੱਜ ਤੋਂ ਕੁਝ ਅਰਸਾ ਪਹਿਲੇ ਕਚਹਿਰੀ 'ਚ ਮੁਸ਼ਾਰਾ ਸੀ, ਤੇ ਇਹ ਬਰਖੁਰਦਾਰ ਵੀ ਉਹਨਾਂ ਦੇ ਸਾਹਮਣੇ ਸਦਾਰਤ 'ਚ ਮੈਂ ਮੁਸ਼ਾਰਾ ਪੜ੍ਹਿਆ। ਕੁਮਾਰ ਸਾਹਿਬ ਜੀ, ਕੁਮਾਰ ਸਾਹਿਬ ਵੀ ਸਨ, ਮਸੂਦ ਸਾਹਿਬ ਵੀ ਸਨ। ਅੱਛਾ, ਮਸੂਦ ਸਾਹਿਬ। ਤੇ ਇਹ ਤਾਂ ਹੁਣ ਬੜੇ ਜ਼ਈਫ ਨੇ, ਲੇਕਿਨ ਅਲਹਮਦੁਲਿਲਾ ਉਹਨਾਂ ਦਾ ਤਾਲੁਕ ਹੈ, ਪਿਆਰ ਵੀ ਹੈ, ਖਲੂਸ ਵੀ ਹੈ, ਉਹਨਾਂ ਕੋਲ ਸਿੱਖਿਆ ਵੀ ਹੈ। ਮੈਂ ਤੁਹਾਨੂੰ ਦੱਸਿਆ ਨਾ ਕਿ ਪੰਜਾਬੀ ਦਾ ਇਨਸਾਈਕਲੋਪੀਡੀਆ ਹੈ, ਤੇ ਉਹਦਾ ਜਿਹੜਾ ਅੰਦਾਜ਼ ਹੈ, ਉਹਦਾ ਜਿਹੜਾ ਲਹਿਜਾ ਹੈ, ਉਹਦਾ ਜਿਹੜਾ ਬੋਲ ਹੈ, ਉਹਦਾ ਜਿਹੜਾ ਥਿੰਕਿੰਗ ਹੈ, ਉਹਦਾ ਜਿਹੜਾ ਡਿਸਕ੍ਰਾਈਬ ਹੈ, ਉਹ ਇਤਨਾ ਆਲਾ ਹੈ ਕਿ ਮਜਮਾ ਸੁੱਤਾ ਵੀ ਜੋ ਹੋਵੇ ਜਗਾ ਲੈਂਦਾ। ਅੱਛਾ, ਉਸਤਾਦ ਉਹਨਾਂ ਨੇ ਅੱਗੇ ਵੀ ਕੋਈ ਸ਼ਾਗਿਰਦ ਬਣਾਉਣ ਦੀ ਇਜਾਜ਼ਤ ਦਿੱਤੀ ਜਾਂ ਤੁਹਾਡੇ ਤੱਕ ਹੀ ਬਸ ਉਹ ਕੰਮ ਰਹਿ ਗਿਆ? ਗੱਲ ਇਹ ਖਾਲਿਦ ਭਾਈ, ਅੱਜ ਜਿਹੜਾ ਹੁਣ ਟਾਈਮ ਜਾ ਰਿਹਾ ਨਾ, ਸੋਸ਼ਲ ਮੀਡੀਆ ਦਾ ਦੌਰ ਹੈ, ਤੇ ਇਸ ਮੀਡੀਆ 'ਚ ਕੋਈ ਆ ਜਾਵੇ ਉਹਦੀ ਮਿਹਰਬਾਨੀ ਹੈ, ਨਾ ਆਏ ਤਾਂ ਵੀ ਉਹਦੀ ਮਿਹਰਬਾਨੀ ਹੈ। ਅੱਛਾ, ਤੁਹਾਡੇ ਜਿਹੜੇ ਮਸਲ ਸੋਸ਼ਲ ਮੀਡੀਆ ਦੇ ਮੁਖਤਲਿਫ ਫੋਰਮ ਨੇ, ਉਸ ਤੋਂ ਇਲਾਵਾ ਤੁਸੀਂ ਇੱਕ WhatsApp ਗਰੁੱਪ ਵੀ ਇਹਦਾ ਬਣਾਇਆ ਹੈ, ਤੇ ਜਿਹੜੇ ਮਾਰੂਫ ਸ਼ਾਇਰਾ ਵੀ ਤੁਹਾਡੇ ਹਮਰਕਾਬ ਹੈ ਨੇ, ਉਹ ਤੁਸੀਂ ਲਿਖੇ ਨੇ। ਇਹ ਸਾਰੇ ਲਿਖਾਰੀ ਸ਼ਾਇਰ ਜਿਹੜੇ ਨੇ ਤੁਹਾਡੇ ਨਾਲ ਆਨਲਾਈਨ ਰਾਬਤੇ 'ਚ ਨੇ ਜਾਂ ਇਹਨਾਂ ਔਨ ਗਰਾਊਂਡ ਵੀ ਕਿਤੇ ਤੁਸੀਂ ਮੁਲਾਕਾਤ ਕਿਸੇ ਨਾਲ? ਮੈਂ ਬੜਾ ਅਰਸਾ ਜਿਹੜਾ ਸਾਡਾ ਆਰਟ ਕੌਂਸਲ ਹੈ ਉੱਥੇ ਮੈਂ ਜਾਂਦਾ ਰਹਿਣਾ, ਰਾਵਲਪਿੰਡੀ ਆਰਟ ਕੌਂਸਲ। ਬਲਕਿ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ ਕਿ ਖਵਾਜਾ ਮਸੂਦ ਸਾਹਿਬ ਜਿਹੜੇ ਫੌਤ ਹੋ ਗਏ ਨੇ, ਅਦਾਕਾਰ, ਉਹਨਾਂ ਨਾਲ ਮੇਰਾ ਬੜਾ ਪਿਆਰ ਸੀ। ਉਹਨਾਂ ਦੇ ਜਿਹੜੇ ਭਤੀਜੇ ਸਨ ਨਾ, ਉਹ ਮੇਰੇ ਅੱਛੇ ਅਸੀਂ ਦੋਸਤ ਰਹੇ ਇਕੱਠੇ। ਤੇ ਅਸੀਂ ਜਦ ਉੱਥੇ ਗਏ, ਮੈਂ ਬੈਠਾ ਸਾਂ ਤੇ ਉਹ ਆਏ, ਮੈਨੂੰ ਕਹਿੰਦੇ ਨਾ ਵੀ ਜਵਾਨਾ ਪਹੁੰਚ ਗਿਆ, ਪੰਜਾਬੀ 'ਚ ਮੈਨੂੰ ਕਹਿੰਦੇ ਮੈਂ ਕੀ ਪਹੁੰਚ ਗਿਆ, ਕੀ ਲਿਖਿਆ ਵੇ ਤੂੰ? ਮੈਂ ਕਿਹਾ ਸਰ ਮੈਂ ਲਿਖਿਆ, ਮੈਂ ਇਹਨੂੰ ਸਰ ਕਹਿ ਪੁਕਾਰਨਾ ਸਾਂ, ਸੀਨੀਅਰ ਬਣੇ ਸਨ। ਕਹਿੰਦਾ ਮੈਨੂੰ ਕਹਿੰਦਾ ਯਾਰ ਕੁਛ ਲਿਆ ਕੇ ਬਹਿ ਤੇ ਮੈਨੂੰ ਸੁਣਾ ਕੀ ਲਿਖਿਆ। ਤੇ ਮੈਂ ਜਦ ਲਿਖਿਆ ਕਹਿੰਦਾ ਨਹੀਂ ਯਾਰ ਇਹ ਬੜਾ ਅੱਛਾ ਲਿਖਿਆ। ਤੇ ਮੈਨੂੰ ਉੱਠ ਕੇ ਕਹਿੰਦੇ ਨੇ ਅੱਛਾ ਤੂੰ ਫਿਰ ਸਟੇਜ ਉੱਤੇ ਮੇਰੇ ਨਾਲ ਜਾਏਗਾ? ਮੈਂ ਕਿਹਾ ਸਰ ਮੈਂ ਸਟੇਜ ਵਾਲਾ ਬੰਦਾ ਨਹੀਂ ਹੈਗਾ, ਮੈਂ ਤੇ ਪੇ ਬੈਕ ਸਿੰਗਰ ਹਾਂ, ਮੈਂ ਤੇ ਸੱਚੀ ਗੱਲ ਪੇ ਬੈਕ ਸਿੰਗਰ ਹਾਂ। ਮੈਂ ਕਿਹਾ ਪਰਫਾਰਮ ਤੁਸੀਂ ਕਰ ਸਕਦੇ, ਅਸੀਂ ਪਰਫਾਰਮੈਂਸ ਨਹੀਂ ਦੇ ਸਕਦੇ, ਅਸੀਂ ਸਿਰਫ ਬਹਿ ਕੇ ਤੁਹਾਡੇ ਸਾਹਮਣੇ ਕੁਛ ਸੁਣਾ ਸਕਦੇ ਹਾਂ, अपनी जो चीज़ एब्रिवेशन है लोगों को दस सकते हैं, अपनी तकलीक अपना जो नज़रिया लोगों का भी बयान कर सकते हैं। तो ये जो परफॉर्मेंस वाला काम है ना, ये मैं नहीं कर सकता। तो बड़े हसे कि वक्तन फवक्तन मेरा रब्ता रहता है, जाने आर्ट कौंसल, बल्कि काफ़ी सारी तंजीमां ने वो इंटीमेशन भी भेजी ने। मेरी सुस्ती हो जाती है बाज़ दफ़ा कि बस मैं नहीं जा सकता, तो जब टाइम होए तो मैं चला नहीं जाता। मेरे कहने का मकसद आ सी कि तुहाडे नाल जिहड़े दोस्तां दा ग्रुप शामिल है, शायरां दा, लिखारियां दा, इन्हां दा ऑन ग्राउंड किते भी अकैडमी अदबियात है या आर्ट कौंसल है अपना रावलपिंडी दा मसला इजलास होने चाहिए, ताकि वो लोग भी जिहड़े नवें लिखण वाले आ, कोई जिहड़े सीनियर शौरा दे नाल या सीनियर जिहड़े लिखारी आ उन्हां दे नाल मेल मुलाकात हो सके। उन्हां दी एक देखो झिझक जिहड़ी ना उदों तक दूर नहीं हुंदी ਜਦੋਂ तक ਤੁਸੀਂ डिस्कशन नहीं ਕਰਦੇ, ਕਿਸੇ ਦਾ ਸਾਹਮਣਾ ਨਹੀਂ ਕਰਦੇ। ਮਸਲਾ ਤਨਕੀਦੀ ਇਜਲਾਸ ਨੇ ਨਾ, ਉਹ ਹੁੰਦੇ ਨੇ, ਉਹ ਚ ਕੋਈ ਆਪਣੀ ਨਜ਼ਮ ਪੇਸ਼ ਕਰਦਾ, ਕੋਈ ਆਪਣੀ ਸ਼ਾਇਰੀ ਕਰਦਾ, ਕੋਈ ਆਪਣਾ ਕੋਈ ਅਫਸਾਨਾ ਕਰਦਾ ਜੀ, ਤੇ ਉਹ ਯਕੀਨ ਕਰੋ ਕੋਈ ਮਸਾ ਇਤਫਾਕ ਹੋਇਆ ਇੱਕ ਦੋ ਉਹਨਾਂ ਦੇ ਸ਼ਾਮਲ ਹੋਣ ਦਾ, ਤੇ ਉਹ ਤੇ ਬੜੀ ਬੇਦਰਦੀ ਦੇ ਨਾਲ ਤੇ ਹੋਣਾ ਵੀ ਚਾਹੀਦਾ ਵਾ। ਮੈਂ ਇਸ ਹੱਕ ਚ ਹਾਂ ਕਿ ਅਗਰ ਤੁਸੀਂ ਚੀਜ਼ ਇੱਕ ਪੇਸ਼ ਕੀਤੀ ਆ, एक थपकी भी होनी चाहिए है कि वो ठीक है कि तुसी वडाओ परखचे जरूर है, लेकिन एक थपकी भी होनी चाहिए अगर वो चंगी चीज़ है, चंगा फिक्रा वा, चंगी वो थीम है, तो वो हौसला अफजाई भी होनी चाहिए। ते ए मतलब होना चाहिए कोई इस चीज़ ते तुहाडा ना जिहड़ा जी तुसी बिल्कुल सही कह रहे हो, और ये चीज़ां चल रही ने। मेरा जरा आना जाना काम भी रहता है इस मामले ते जेह्ड़े साडे सीनियर शौरा ने, सीनियर उस्ताद ने, वो ऐसी नशिस्तां कंडक्ट करते रहंदे ने, ਜਿਹੜੇ ਤਨਕੀਦੀ ਜਾਇਜ਼ਾ ਲੈਂਦੇ ਆ, ਤੇ ਉਸ ਤਨਕੀਦੀ ਜਾਇਜ਼ੇ ਵਿੱਚ ਬੜੀ ਚੀਜ਼ਾਂ ਲਾਜ਼ਮੀ ਹੋ ਜਾਂਦੀਆਂ ਨੇ, ਤੇ ਵਕਤ ਦੇ ਨਾਲ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਅੱਛਾ, ਤੁਹਾਡੀ ਮਜ਼ਾਹੀਆ ਸ਼ਾਇਰੀ ਸੁਣੀ ਜੀ, ਕੁਝ ਸੰਜੀਦਾ ਕਲਾਮ ਤੁਹਾਡਾ ਸੀ ਸੁਣਨਾ ਚਾਹੁੰਦੇ? ਅਗਰ ਤੁਸੀਂ ਕਹੋ ਤਾਂ ਮੈਂ ਜ਼ਰਾ ਆਪਣਾ ਨਕਲ ਆਪਣੀ ਲਾ ਲਵਾਂ।
ਅੱਛਾ ਜੀ, ਇਹ ਜਿਹੜੀ ਮੇਰੀ ਨਜ਼ਮ ਹੈ ਉਰਦੂ ਦੀ ਹੈ, ਇਹਦਾ ਜਿਹੜਾ ਬਿਆਨੀਆ ਹੈ ਨਾ, ਉਹ ਦੁਨੀਆ ਦੀ ਇਸ ਜ਼ਿੰਦਗੀ ਦੀ ਇੱਕ ਕਿਸਮ ਦੀ ਆਪ ਕਹਿ ਸਕਦੇ ਰੌनक ਹੈ। अच्छा। यानी जिंदगी का मकसद की है, सब ने आखिर मिट्टी होना, माशाल्लाह। सब ने आखिर मिट्टी होना, लोहा पीतल चांदी सोना। वाह। सब ने आखिर मिट्टी होना, लोहा पीतल चांदी सोना। सबका अपना अपना दुखड़ा, क्या बात। सबका अपना अपना दुखड़ा, सबका अपना अपना रोना। वाह वाह वाह। मिट्टी होना, उसकी मंशा उसकी मर्जी, उसकी मंशा उसकी मर्जी, मेरा होना या ना होना। या ना होना। क्या बात है, क्या बात। उसकी मंशा उसकी मर्जी, मेरा होना या ना होना। बच्चों जैसे उसकी आदत, बच्चों जैसे उसकी आदत, दिल को समझे एक खिलौना। क्या बात। दुनिया मेहनत की है खेती, दुनिया मेहनत की है खेती, कैसा बिस्तर और कैसा बिछौना। क्या बात, क्या बात है। काम अनोखे अपने सारे, काम अनोखे अपने सारे, आंसू रुत में खुशियां बोना। क्या बात। मेरे दिल को भाया साकिब, मेरे दिल को भाया साकिब, मेरा खुद को इसमें खोना। क्या बात। सबको आखिर मिट्टी होना, लोहा पीतल चांदी सोना। क्या बात है माशाअल्लाह। अच्छा, कहानी ਤੁਹਾਨੂੰ ਜਿੱਦਾਂ ਮੁਬਸ਼ਰ ਅਲੀ ਜ਼ੈਦੀ ਨੇ ਲਿਖੀਆਂ 100 वर्ड स्टोरी, हाँ जी, मुख्तसर कहानी पसंद है या तवील ਜਿਹੜੇ नावल, जिस तरह देवता एक नावल है ਮਹੀਉਦੀਨ ਨਵਾਬ ਸਾਹਿਬ ਦਾ, ਉਸ ਤਰ੍ਹਾਂ ਦੀ ਕਹਾਣੀਆਂ ਪਸੰਦ ਹੈ? सर मैं तो ये मशा देना कि कहानी वड्डी होवे या छोटी होवे, ਉਹਦਾ ਜਿਹੜਾ ਨਤੀਜਾ ਨਾ ਉਹ ਅੱਛਾ ਹੋਣਾ ਚਾਹੀਦਾ, ਉਹਦਾ ਮਿਆਰ ਅੱਛਾ ਹੋਣਾ ਚਾਹੀਦਾ, ਉਹਦਾ ਜਿਹੜਾ ਅਦਬ ਦਾ ਜਿਹੜਾ ਪਹਿਲੂ ਹੈ ਨਾ ਉਹਦੇ 'ਚ ਬਹੁਤ ਅੱਛੀ ਚੀਜ਼ਾਂ होनी चाहिए। बस मैं इसको काबू करना, मैं ये नहीं कहना कि भाई छोटी लिखो तब भी ठीक है, बड़ी लिखो तब भी ठीक है, लेकिन होनी ये चाहिए ਜਿਹੜੀ ਆਪਣੀ ਦਾ ਮਾਰਕ ਮਸਾ। ਹਾਂ, ਕਹਾਣੀ ਉਹ ਜਿਹੜੀ ਤੁਹਾਨੂੰ ਝੰਜੋੜੇ, ਹਾਂ, ਕਾਰੀ ਜਿਹੜੀ ਵਾਕਈ ਪੜ੍ਹ ਕੇ ਤੁਸੀਂ ਕਹੋ ਕਿ ਵਾਕਈ ਯਾਰ ਕੁਝ ਹੈ, ਜਿਹਨੇ ਤੁਹਾਡੇ ਅੰਦਰ ਕੁਝ ਜਜ਼ਬਾਤ ਨੂੰ, ਖਿਆਲਾਤ ਨੂੰ, ਅਹਿਸਾਸਾਤ ਨੂੰ ਉਜਾਗਰ ਕਰ ਦੇ, ਉਹ ਕਹਾਣੀ ਹੈ। ਜਿਹੜੀ ਤੁਹਾਡੇ ਮਾਸ਼ਰੇ ਨਾਲ, ਖਿਆਲਾਤ ਨਾਲ ਮੁਤਾਬਕ ਰੱਖਦੇ, ਉਹ ਕਹਾਣੀ ਹੈ। सही। अच्छा, एक ਤੁਹਾਡਾ शेर आ ਜਿਹੜਾ काफ़ी वायरल ही है सोशल मीडिया ਤੇ काफ़ी, मैं पहले भी ਉਹਦਾ ਜ਼ਿਕਰ ਕੀਤਾ, को दोस्तों का दिल दुखा जाता हूँ मैं, बात लेकिन सच सुना जाता हूँ जी। ये पूरी गज़ल है? पूरी गज़ल है। अच्छा, ਅਸੀਂ ਸੁਣਨਾ ਚਾਹਾਂਗੇ ਕਿਉਂਕਿ ਇਹਦਾ ਇੱਕ ਹੀ ਜਿਹੜਾ ਸ਼ੇਰ ਆ ਉਹ ਸਾਨੂੰ ਨਹੀਂ ਮੈਂ ਸ਼ਾਇਦ ਤਰ੍ਹਾਂ ਜ਼ਰੂਰ ਤੁਹਾਨੂੰ ਪੇਸ਼ ਕਰਾਂਗਾ ਜੀ। ਤੇ दोस्तों का दिल दुखा जाता हूँ मैं, बात लेकिन सच सुना जाता हूँ मैं, जो मेरा है ही नहीं क्या उसका गम। वाह, क्या जो मेरा है ही नहीं क्या उसका गम, जो मेरा है वो कमा जाता हूँ मैं, कमा जाता, जो मेरा है वो कमा जाता हूँ मैं, अपनी दुनिया में मगन हूँ दिन रात, अपनी दुनिया में मगन हूँ दिन रात, और कहीं आता हूँ न जाता हूँ मैं, न जाता हूँ। शुक्र करता हूँ अल्लाह की ज़ात का, शुक्र करता हूँ अल्लाह की ज़ात का, अपनी चादर में समा जाता हूँ मैं। वाह वाह। शुक्र करता हूँ अपनी चादर देख के पैर फैलाओ, ठीक। शुक्र करता हूँ अल्लाह की ज़ात का, अपनी चादर में समा जाता हूँ मैं, रोशनी की जब ज़रूरत हो मुझे, रोशनी की जब ज़रूरत हो मुझे, रोशनी के घर चला जाता हूँ मैं। वाह वाह वाह, क्या रोशनी के घर चला जाता हूँ मैं, बोलना जिसने सिखाया है उसे, बोलना जिसने सिखाया है उसे, देने अब हरफे दुआ जाता हूँ मैं। खाक हूँ, खाक हूँ साके मुझे मालूम है। वाह, क्या बात। खाक हूँ साके मुझे मालूम है, लम्हा मलहमा मिटा जाता हूँ मैं। वाह वाह, यानी कि वो ही है ना कि ये रेत है और मुट्ठी में रेत है
और आहिस्ता आहिस्ता, क्या बात, क्या समोया है आज। दोस्तों का दिल दुखा जाता हूँ मैं, बात लेकिन सच सुना जाता हूँ। अच्छा नजम साहब, ਤੁਸੀਂ ਕਾਲਮ ਲਿਖੇ, ਫੀਚਰ ਨਿਗਾਰੀ ਕੀਤੀ, ਜ਼ਾਹਰਾ ਐਡੀਟਰਾਂ ਨੇ ਸਲਾਹ ਵੀ ਕੀਤੀ ਹੋਏਗੀ। ਜਦੋਂ ਬੰਦਾ ਨਵਾਂ ਲਿਖਣਾ ਸ਼ੁਰੂ ਕਰਦਾ ਉਹ ਤੇ ਪੈਰਾਗ੍ਰਾਫ ਦੇ ਪੈਰਾਗ੍ਰਾਫ ਉਡਾ ਦਿੰਦੇ ਨੇ, ਕਦੀ ਤਹਿਰੀਰਾਂ ਨਾਕਾਬਲੇ ਸ਼ਾਤ ਵੀ ਆ ਜਾਂਦੀਆਂ ਨੇ। ਅੱਜ ਦਾ ਲਿਖਾਰੀ ਆਪਣੇ ਆਪ ਨੂੰ ਹਰਫੇ ਆਖਰ ਕਿਉਂ ਸਮਝਦਾ? ਖਾਲਿਦ ਭਾਈ, 2 से 3 ਚੀਜ਼ਾਂ ਨੇ। ਅਸੀਂ ਜਿਹੜੇ ਲੋਕ ਜਦ ਅਸੀਂ ਲਿਖਦੇ ਸਨ ਨਾ, ਸਾਡੇ ਜਿਹੜੇ ਉਸਤਾਦ ਸਨ ਉਹ ਬੜੇ ਸਖਤ ਸਨ। ਉਹਨਾਂ ਦੀ ਸਖਤੀ, ਉਹਨਾਂ ਦੀ ਤਹਿਰੀਰ, ਉਹਨਾਂ ਦੇ ਖਿਆਲਾਤ ਤੋਂ ਉਜਾਗਰ ਹੁੰਦੀ ਸੀ। ਜਿਹੜਾ ਅੱਜ ਦਾ ਜਿਹੜਾ ਲਿਖਾਰੀ ਹੈ ਨਾ, ਉਹ ਬਸ ਚਲਦੇ ਫਿਰਦੇ ਲਿਖਾਰੀ ਬਣ ਜਾਂਦਾ ਹੈ। ਤੇ ਸੋਸ਼ਲ ਮੀਡੀਆ ਨੇ ਜਿੱਥੇ ਬਹੁਤ ਸਾਰੀ ਚੀਜ਼ਾਂ ਸਾਨੂੰ ਅੱਛੀ ਦਿੱਤੀਆਂ ਨਾ, ਉੱਥੇ ਇਹ ਵੀ ਇੱਕ ਸਾਡਾ ਕਹਿ ਲਓ ਕਿ ਖਰਾਬੀ ਹੈ ਕਿ ਜਿਹੜਾ ਲਿਖਾਰੀ ਨਵਾਂ ਆ ਰਿਹਾ ਹੈ ਉਹ ਉਸ ਚੀਜ਼ ਨੂੰ ਫਾਲੋ ਨਹੀਂ ਕਰਦਾ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਡੇ ਵਾਸਤੇ ਸ਼ਾਇਰੀ ਵਾਸਤੇ ਅਰੂਜ਼ ਇੱਕ ਪੈਮਾਨਾ ਹੈ, ਤੇ ਲਿਖਾਰੀ ਵਾਸਤੇ ਵੀ ਇੱਕ ਅੱਛਾ ਨਸਰ ਨਗਾਰ ਹੋਣਾ, ਅੱਛਾ ਕਾਲਮਿਸਟ ਹੋਣਾ, ਅੱਛਾ ਬਲੌਗਰ ਹੋਣਾ ਇਹ ਜ਼ਰੂਰੀ ਹੈ। ਉਹਨੂੰ ਵੀ ਖਿਆਲ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਪੈਰਾਮੀਟਰ 'ਚ ਰਹਿ ਕੇ ਲਿਖ ਸਕਦੇ ਹਾਂ। ਸਹੀ। ਤੇ ਮੈਂ ਅਮੂਮਨ ਜਦ ਵੀ ਲਿਖਿਆ ਤਾਂ ਮੈਂ ਮਾਸ਼ਰੇ ਦੀ ਇਸਲਾਹ ਵਾਸਤੇ, ਮੁਲਕੀ ਬੇਹਤਰੀ ਵਾਸਤੇ, ਮਾਸ਼ਰੇ 'ਚ ਜਿਹੜਾ ਵਿਗਾੜ ਹੈ ਉਹਨੂੰ ਉਜਾਗਰ ਕੀਤਾ, ਔਰ ਨਾਲ ਇਹ ਚੀਜ਼ ਵੀ ਅਸੀਂ ਦਿੱਤੀ ਕਿ ਅਸੀਂ ਕਿਸ ਤਰ੍ਹਾਂ ਬਿਹਤਰੀ ਲਿਆ ਸਕਦੇ ਹਾਂ। ਬੇਸੀਅਤ ਕੌਮ ਅਸੀਂ ਜਦ ਤੱਕ ਖੁਦ ਬਿਹਤਰ ਨਹੀਂ ਹੋਵਾਂਗੇ ਨਾ, ਅਸੀਂ ਇਸ ਮਾਸ਼ਰੇ 'ਚ ਇੱਕ ਅੱਛਾ ਰੋਲ ਮਾਡਲ ਨਹੀਂ ਬਣ ਸਕਦੇ। ਤੇ ਬਸ ਅੱਲਾਹ ਤਾਲਾ ਸਭ ਹਿੰਮਤ ਦੇ, ਇਸਤਕਾਮਤ ਦੇ, ਸਿਹਤ ਦੇ ਔਰ ਨਿਜ਼ਾਮ ਚੱਲੇ। ਅੱਛਾ, ਜਿਹੜੇ ਫੀਚਰ ਜਾਂ ਕਾਲਮ ਤੁਸੀਂ ਲਿਖਦੇ ਜੇ ਜੀ, ਉਹ ਜ਼ਿਆਦਾ ਕੋਈ ਸਮਾਜੀ ਮੌਜ਼ੂਆਤ ਤੇ ਲਿਖਦੇ, ਸਿਆਸਤ ਨੂੰ ਟੱਚ ਕਰਦੇ ਹੋ ਜਾਂ? ਮੈਂ ਸਿਆਸਤ ਬਹੁਤ ਕਮ ਲਿਖਿਆ। ਮੇਰਾ ਜਿਹੜਾ ਮੋਟਿਵ ਹੈ ਨਾ ਉਹ ਇਸ ਮੁਲਕ ਦੀ ਔਰ ਇਸ ਮਾਸ਼ਰੇ ਦੀ ਇਸਲਾਹ ਹੈ। ਸਮਾਜੀਆਤ ਤੇ ਤੁਸੀਂ ਜ਼ਿਆਦਾ। ਹੁਣ ਪਿਛਲੀ ਦਿਨ ਮੈਂ ਕਾਲਮ ਲਿਖਿਆ ਗਦਾਗਰੀ ਉੱਤੇ, ਕਿ ਗਦਾਗਰੀ ਦੀ ਬਹੁਤ ਬਰਨਿੰਗ ਇਸ਼ੂ ਸਾਡੇ ਮੁਆਸ਼ਰੇ ਦਾ। ਇਸੇ ਤਰ੍ਹਾਂ ਫਿਰ ਮੈਂ ਲਿਖਿਆ ਟ੍ਰੈਫਿਕ ਦੇ ਜਿਹੜੇ ਮਾਮਲਾਤ ਹਨ। ਅਸੀਂ ਖੁਦ ਬੇਸ ਇੱਕ ਕੌਮ ਜਿਹੜੇ ਨਾ ਜਾਨ ਬੂਝ ਕੇ ਜਿੱਥੇ ਨੋ ਪਾਰਕਿੰਗ ਦਾ ਬੋਰਡ ਉੱਤੇ ਗੱਡੀ ਖੜੀ ਕਰਦੇ। ਇਸੇ ਤਰ੍ਹਾਂ ਜਿਹੜੇ ਗਦਾਗਰ ਨੇ, ਗਦਾਗਰ ਵੀ ਜਾਨ ਬੂਝ ਕੇ ਕੁਛ ਦੇ ਹਾਲਾਤ ਵਾਕਿਆਤ ਤੋਂ ਵਿਚਾਰੇ ਹੋ ਜਾਂਦੇ ਨੇ, ਮੰਗਣ ਤੇ ਆ ਜਾਂਦੇ ਨੇ। ਕੁਛ ਗਦਾਗਰ ਜਾਨ ਬੂਝ ਕੇ ਅਡੋਪਟ ਕਰ ਲੈਂਦੇ ਨੇ ਪੇਸ਼ੇ ਨੂੰ, ਪੇਸ਼ਾ ਬਣਾ ਲੈਂਦੇ। ਤੇ ਉਹਦੇ ਵਿੱਚ ਗੌਰਮੈਂਟ ਕੀ ਕਰ ਸਕਦੀ ਹੈ, ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ। ਇਹ ਦੋ ਅਲੱਗ ਜਿਹੜੇ ਨੇ ਨਾ ਚੀਜ਼ਾਂ ਨੇ। ਅੱਛਾ, ਤੁਹਾਡੇ ਕਾਲਮ ਜਿਹੜੇ ਨੇ ਕਿਸੇ ਵੈਬਸਾਈਟ ਤੇ ਸ਼ਾਇਆ ਹੋ ਰਿਹਾ ਜਾਂ ਕੋਈ ਅਖਬਾਰ ਜਗ੍ਹਾ ਦੇ? ਦਿੱਲੀ ਪਾਕਿਸਤਾਨ ਵਿੱਚ ਲਿਖਿਆ, ਅੱਛਾ, ਪਾਕਿਸਤਾਨ ਵਿੱਚ ਲਿਖਿਆ, ਆਵਾਜ਼ ਵਿੱਚ ਲਿਖਿਆ, ਔਰ ਸੋਨੀ ਦੱਤੀ ਜਿਹੜਾ ਨਾ ਇੱਕ ਪ੍ਰੋਗਰਾਮ ਸੀ ਉਹਦੇ ਵਿੱਚ ਮੈਂ ਕੁਝ ਚੀਜ਼ਾਂ ਨਸਰ ਦੇ ਤੌਰ 'ਤੇ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਬੜੀਆਂ ਚੱਲਦੀਆਂ ਪਈਆਂ ਨੇ, ਕੋਸ਼ਿਸ਼ ਪਈਆਂ ਨੇ, ਲੋਕ ਪੜ੍ਹਦੇ ਨੇ ਔਰ ਮਹਿਜ਼ੂਜ਼ ਵੀ ਹੁੰਦੇ ਨੇ, ਅਪਰੀਸ਼ੀਏਟ ਵੀ ਕਰਦੇ ਨੇ, ਆਪਣੇ ਮਸ਼ਵਰੇ ਵੀ ਦਿੰਦੇ ਨੇ ਕਿ ਤੁਸੀਂ ਇਹ ਵੀ ਇਸ ਮੌਜੂ 'ਤੇ ਵੀ ਲਿਖ ਸਕਦੇ ਹੋ। ਲੋਕ ਮਸ਼ਵਰੇ ਦਿੰਦੇ ਨੇ ਔਰ ਇਸ ਮਸ਼ਵਰੇ ਨੂੰ ਪੋਜ਼ਿਟਿਵ ਲੈਣਾ ਚਾਹੀਦਾ। ਤੁਹਾਡੀ ਇੱਕ ਤਹਿਰੀਰ, ਮਤਲਬ ਸੋਸ਼ਲ ਮੀਡੀਆ ਜਿਹੜਾ ਉਹ ਅੱਛੇ ਮਾਇਨਿਆਂ 'ਚ ਵੀ ਇਸਤੇਮਾਲ ਹੁੰਦਾ। ਸੋਸ਼ਲ ਮੀਡੀਆ ਸਰ ਬਹੁਤ ਅੱਛੇ ਮਾਇਨੇ 'ਚ ਵੀ ਹੋ ਸਕਦਾ ਹੈ। ਉਹ ਇੱਕ ਗੱਲ ਹੋਈ ਹੈ ਕਿ ਅਗਰ ਤੁਸੀਂ VCR ਨੂੰ ਲੈ ਕੇ ਆਉਂਦੇ ਹੋ ਘਰ, ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਕੀ ਦੇਖਦੇ ਹੋ। ਸਹੀ, ਇਹ ਮੋਬਾਈਲ ਜਿਹੜਾ ਹੈ ਇਹ ਸਾਡੇ ਕੋਲ ਹੈ, ਅਸੀਂ ਹੁਣ ਇਹਦੇ ਵਿੱਚ ਕੀ ਦੇਖਣਾ ਇਹ ਸਾਡੇ ਉੱਤੇ ਡਿਪੈਂਡ ਕਰਦਾ। ਠੀਕ ਹੈ ਨਾ, ਚੀਜ਼ ਕੋਈ ਖਰਾਬ ਨਹੀਂ ਹੁੰਦੀ। ਜਿਹੜੀ ਵੀ ਨਈ ਚੀਜ਼ ਨਈ ਇਜਾਦ ਆਈ ਹੈ ਨਾ, ਉਸ ਮਾਸ਼ਰੇ 'ਚ ਖਰਾਬ ਨਹੀਂ ਹੈ। ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਸਾਡੀ ਸੋਚ ਖਿਆਲਾਤ ਕਿਹਨੂੰ ਲੈ ਕੇ ਕਿੱਥੇ ਜਾਂਦੇ ਨੇ। ਅੱਛਾ, ਜਿੱਥੇ ਤੁਸੀਂ ਸੰਜੀਦਾ ਸ਼ਾਇਰੀ ਵੀ ਕੀਤੀ ਉੱਥੇ ਤੁਹਾਡੀ ਮਜ਼ਾਹੀਆ ਸ਼ਾਇਰੀ ਜ਼ਿਆਦਾ ਵਾ ਜੀ। ਇਹਦਾ ਇੰਤਖਾਬ ਤੁਸੀਂ ਕਿਉਂ ਕੀਤਾ ਤੇ ਮਾਜ਼ੀ 'ਚ ਜਿਹੜੇ ਮਜ਼ਾਹੀਆ ਸ਼ਾਇਰੀ ਦੇ ਮੌਜ਼ੂਆਤ ਸਨ, ਅੱਜ ਦੇ ਮੌਜ਼ੂਆਤ ਕੋਈ ਤਬਦੀਲੀ ਹੈ ਜਾਂ ਉਹਨੇ ਮੌਜ਼ੂਆਤ ਤੇ ਅੱਜ ਕੱਲ੍ਹ ਸ਼ਾਇਰੀ ਹੋ ਰਹੀ? ਮਜ਼ਾਹੀਆ ਸ਼ਾਇਰੀ ਜਿਹੜੀ ਸੀ ਨਾ ਉਹ ਇੱਕ ਟੂਲ ਹੈ, ਇੱਕ ਰਸਤਾ ਹੈ ਲੋਕਾਂ ਨੂੰ ਇਸਲਾਹ ਕਰਨ ਦਾ ਵੀ ਔਰ ਪੈਗਾਮ ਦੇਣ ਦਾ। ਸਹੀ, ਮੈਂ ਇਸ ਨੂੰ ਪੋਜ਼ਿਟਿਵ ਲੈਣਾ ਇਸ ਵਾਸਤੇ ਕਿ ਅਗਰ ਤੁਸੀਂ ਸਖਤ ਸੰਜੀਦਾ ਸ਼ਾਇਰੀ ਕਰੋਗੇ, ਉਰਦੂ ਸ਼ਾਇਰੀ ਕਰੋਗੇ, ਹੋ ਸਕਦਾ ਹੈ ਕਿ ਕੁਛ ਲੋਕ ਸੁਣਨ, ਕੁਛ ਲੋਕ ਨਾ ਸੁਣਨ। ਲੇਕਿਨ ਜਬ ਮਜ਼ਾਕ ਹੋਗਾ ਨਾ ਕਿ ਯਾਰ ਮਜ਼ਾਕ ਤੁਸੀਂ ਪੈਗਾਮ ਦੇ ਰਹੇ ਹੋ, ਤੁਸੀਂ ਇੱਕ ਇਸਲਾਹ ਵੀ ਕਰ ਰਹੇ ਹੋ, ਇੱਕ ਰਸਤਾ ਵੀ ਦੱਸ ਰਹੇ ਹੋ ਔਰ ਇੱਕ ਪਿਕਚਰ ਵੀ ਪੇਂਟ ਕਰ ਰਹੇ ਹੋ। ਠੀਕ ਹੈ ਨਾ। ਤੇ ਮੈਂ ਇਹ ਚਾਹੁੰਦਾ ਕਿ ਅੱਜ ਦੇ ਜਿਹੜਾ ਦੌਰ ਹੈ ਨਾ ਸੋਸ਼ਲ ਮੀਡੀਆ ਦਾ ਦੌਰ, ਉਹ ਯੂਨੀਕ ਦੌਰ ਹੈ। ਅਗਰ ਇਹਨੂੰ ਅਸੀਂ ਪੋਜ਼ਿਟਿਵ ਇਸਤੇਮਾਲ ਕਰੀਏ, ਇਸ ਤੋਂ ਵੱਡਾ ਟੂਲ ਨਹੀਂ ਹੈ। ਤੇ ਅੱਛਾ, ਸੰਜੀਦਾ ਸ਼ਾਇਰੀ ਦਾ ਕੈਨਵਸ ਵਸੀ ਨਹੀਂ? ਮਜ਼ਾ ਨਾਲੋਂ ਬਹੁਤ ਵਸੀ ਹੈ ਸਰ, ਇਸ ਵਿੱਚ ਕੋਈ ਸ਼ੱਕ ਨਹੀਂ, ਬਹੁਤ ਵਸੀ ਹੈ।
ਤੇ ਮੈਂ ਮਜ਼ਾਹੀਆ ਸ਼ਾਇਰੀ ਜ਼ਿਆਦਾਤਰ ਅਸੀਂ ਇਹੀ ਕੁਝ ਚੰਦ ਇੱਕ ਮੌਜ਼ੂਆਤ ਦੇ ਉੱਤੇ ਦੇਖੀਏ, ਇਹਦਾ ਕੋਈ ਕੈਨਵਸ ਸਾਡਾ ਕੋਈ ਵਸੀ ਨਹੀਂ ਹੈ। ਜੀ ਇਹ ਤੁਹਾਡੀ ਗੱਲ ਬਿਲਕੁਲ ਵਜਾ ਹੈ, ਲੇਕਿਨ ਮੈਂ ਇਹ ਕਹਿਣਾ ਕਿ ਤੁਸੀਂ ਅਗਰ ਅਬਜ਼ਰਵੇਸ਼ਨ ਤੋਂ ਲਿਖੋਗੇ ਨਾ, ਫਸ ਕਰੇ ਤੁਸੀਂ ਦਵਾਈਆਂ ਦਾ ਫਸ ਕਰੇ, ਮੈਂ ਕਹਿਣਾ ਇਹ ਜਿਹੜੀ ਮੈਡੀਸਨ ਇਸਤੇਮਾਲ ਕਰਨੇ ਆ ਨਾ, ਮੈਡੀਸਨ ਦਾ ਯੂਜ਼ ਇਸਤੇਮਾਲ ਕਰਨੇ ਆ, ਉਹ ਕਿਸ ਤਰ੍ਹਾਂ ਬਣ ਰਹੀ ਹੈ, ਉਹ ਕਿਸ ਤਰ੍ਹਾਂ ਪ੍ਰੋਡਿਊਸ ਹੋ ਰਹੀ ਹੈ, ਉਹਦਾ ਨੁਕਸਾਨ ਕੀ ਹੈ, ਉਹਦਾ ਫਾਇਦਾ ਕੀ ਹੈ, ਇਹ ਵੀ ਇੱਕ ਕਿਸਮ ਦਾ ਨਾ ਇੱਕ ਉਹ ਤੁਹਾਨੂੰ ਕਹਿਣਾ ਐਬਜ਼ਰਵੇਸ਼ਨ ਹੈ, ਇਸ ਨੂੰ ਤੁਸੀਂ ਦੇਖ ਸਕਦੇ ਹੋ। ਜਿਸ ਤਰ੍ਹਾਂ ਮੈਂ ਟੂਥਬ੍ਰਸ਼ ਲਿਖੀ ਹੈ, ਟੂਥਬ੍ਰਸ਼ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ, ਬਿਲਕੁਲ ਆਦਾ ਕਿਸ ਵਾਸਤੇ ਵੇ ਲੈਣੇ ਤੁਸੀਂ ਕਿਸ ਤਰ੍ਹਾਂ, ਮਸਲ ਜਿਹੜੀ ਤੁਹਾਡੀ ਆਪਣੀ ਜਜਮੈਂਟ ਆ, ਤੁਸੀਂ ਉਹਨੂੰ ਵਜ਼ਾ ਦਿਓ। ਵਿਆਹ ਵਾ ਜੀ ਜੀ ਆਪਣੇ ਕਾਇਰੀਨ ਲਈ, ਆਪਣੇ ਜਿਹੜੇ ਨਾਜ਼ਰੀਨ ਨੇ, ਆਪਣੇ ਦੇਖਣ ਵਾਲੇ ਜਿਹੜੇ ਚਾਹਣ ਵਾਲੇ, ਕੁਛ ਉਹਨਾਂ ਚੋਂ ਚੰਗੀਆਂ ਜਿਹੜੀਆਂ ਕੋਈ ਬੰਦ ਨੇ, ਕੋਈ ਸੁਣਨਾ ਚਾਹੁੰਦੇ। ਅਗਰ ਤੁਸੀਂ ਕਹੋ ਮੈਂ ਆਪਣੀ ਨਕਲ ਖੋਲ ਲਵਾਂ, ਤੁਸੀਂ ਨਕਲ ਮਾਰੋ ਕਿ ਅਸੀਂ ਹੁਣ ਅੱਜ ਦਾ ਦੌਰ ਹੀ ਨਕਲ ਦਾ ਜੇ, ਤੇ ਅੱਜ ਦੇ ਦੌਰ ਵਿੱਚ ਨਾ ਤੁਸੀਂ ਕਹੋ ਨਾ ਕਿ ਜ਼ਬਾਨੀ ਯਾਦ ਕਰਨਾ ਤੇ ਜੰਜੇਲੇ ਬੜੇ ਨੇ। ਜ਼ਬਾਨੀ ਯਾਦ ਹੋ ਜਾਂਦਾ ਸੀ, ਲੇਕਿਨ ਇਹਨਾਂ ਚੀਜ਼ਾਂ ਨੇ ਸਾਨੂੰ ਉਸ ਚੀਜ਼ ਤੋਂ ਨਾ ਕਿ ਫੌਰੀ ਇੱਕ ਚੀਜ਼, ਪਹਿਲਾਂ ਇਹੀ ਤਾਂ ਮਸਲਾ ਹੁੰਦਾ ਸੀ ਕਿ ਉਹ ਲੈ ਕੇ ਜਾਣਾ, ਯਾਰ ਕਿੱਥੇ ਫੜਦੇ ਫਿਰਾਂਗੇ ਉਹ ਕਾਗਜ਼ ਵਗੈਰਾ, ਹੁਣ ਇੱਕ ਟਿਕ ਦੇ ਉੱਤੇ, ਇੱਕ ਕਲਿੱਕ ਦੇ ਉੱਤੇ ਸਾਰੀਆਂ ਚੀਜ਼ਾਂ ਨੇ ਤੁਹਾਡੇ ਕੋਲ। ਅੱਛਾ ਜੀ, ਪਿੰਡ ਦਾ ਵਿਆਹ ਜਿਹੜਾ ਸੀ ਨਾ, ਉਹ ਮੈਂ ਪੇਸ਼ ਕਰਦਾ ਨਾ, ਪਿਛਲੇ ਵਾਲੇ ਪਿੰਡ ਤੋਂ ਸੁਨੇਹਾ ਮੈਨੂੰ ਆਇਆ ਸੀ। ਅੱਛਾ, ਗੁਜਰਾਤ ਦੇ ਮਲਕ ਨੇ ਵਿਆਹ ਉੱਤੇ ਬੁਲਾਇਆ ਸੀ। ਕੀ ਬਾਤ। ਪਿਛਲੇ ਵਾਲੇ ਪਿੰਡ ਤੋਂ ਸੁਨੇਹਾ ਮੈਨੂੰ ਆਇਆ ਸੀ, ਗੁਜਰਾਤ ਦੇ ਮਲਕ ਨੇ ਵਿਆਹ ਉੱਤੇ ਬੁਲਾਇਆ ਸੀ, ਕਾਰਡ ਦੇ ਨਾਲ ਨਾਲ ਕਾਲ ਵੀ ਖੜਕਾਈ ਸੀ। ਅੱਛਾ, ਚੇਚਾ ਬਾਨਾ ਪਾ ਲਈ, ਬੜਕੀ ਵੀ ਲਾਈ ਸੀ ਕਿ ਭਾਜੀ ਤੁਸੀਂ ਬਾਨਾ ਨਾ ਪਾ ਦੇਣਾ, ਆਣਾ ਵੀ ਹੈ। ਨਵੰਬਰ ਦਾ ਮਹੀਨਾ ਸੀ ਤੇ ਲਵੀ ਲਵੀ ਠੰਡ ਸੀ। ਨਵੰਬਰ ਦਾ ਮਹੀਨਾ ਸੀ ਤੇ ਲਵੀ ਲਵੀ ਠੰਡ ਸੀ, ਦਿਹਾੜੀ ਪੈਂਦੀ ਧੁੱਪ ਤੇ ਰਾਤੀ ਪੈਣੀ ਠੰਡ ਸੀ। ਦਿੱਲੀ ਦੇ ਖਰਚਾ ਤੋਂ ਹੱਥ ਪਹਿਲੀ ਤੰਗ ਸੀ। ਦਿੱਲੀ ਦੇ ਖਰਚਾ ਤੋਂ ਹੱਥ ਪਹਿਲੀ ਤੰਗ ਸੀ, ਨੌਕਰੀ ਵਾਲੇ ਬੰਦੇ ਦੀ ਡੈਂਗੀ ਵਾਲਾ ਡੰਗ ਸੀ। ਅੱਛਾ, ਠੀਕ ਹੈ ਨਾ, ਉਹ ਨੌਕਰੀ ਪੇਸ਼ਾ ਬੰਦਾ, ਉਹਨੇ ਜਦ ਪਤਾ ਪਿੰਡ ਜਾਣਾ ਹੈ, ਉਹਨੇ ਆਪਣੀ ਸ਼ੋਸ਼ਾ ਬਣਾਣੀ ਹੈ, ਤੇ ਉਹਦੇ ਡੈਂਗੀ ਵਾਲਾ ਡੰਗ ਹੀ ਆਉਣਾ। ਕੜਾਈ ਵਾਲੇ ਸੂਟ ਨਾਲ ਬਾਸਕਟ ਦੀ ਸਵਾਈ ਸੀ। ਅੱਛਾ, ਸਪੈਸ਼ਲ ਤਿੱਲੇ ਵਾਲੀ ਜੁੱਤੀ ਵੀ ਬਣਵਾਈ ਸੀ। ਯੂ ਨੋ ਕਿ ਯੂ ਆਰ ਗੋਇੰਗ ਟੂ ਪਿੰਡ ਜਾ ਰਹੇ ਹੋ ਤੇ ਤੁਹਾਨੂੰ ਉਹ ਫਿਰ ਉਹ ਪੂਰਾ ਗੈਟਅਪ, ਪੂਰਾ ਸਿਸਟਮ, ਔਰ ਮਹਿਮਾਨ ਤੁਹਾਨੂੰ ਪਤਾ ਹੈ, ਫਿਰ ਤੁਸੀਂ ਅਗਰ ਪੈਂਟ ਸ਼ਰਟ ਜਾਓਗੇ ਤਾਂ ਲੋਕ ਕਹਿੰਦੇ ਯਾਰ ਇਹ ਸਾਡੂ ਵੱਖਰਾ ਹੈ। ਤੇ ਮੈਂ ਉਹ ਪ੍ਰੋਪਰ ਫਿਰ ਤੁਹਾਡੀ ਤਿਆਰੀ ਦੱਸ ਰਿਹਾ। ਕੜਾਈ ਵਾਲੇ ਸੂਟ ਨਾਲ ਬਾਸਕਟ ਵੀ ਸਵਾਈ ਸੀ, ਸਪੈਸ਼ਲ ਤਿੱਲੇ ਵਾਲੀ ਜੁੱਤੀ ਵੀ ਬਣਵਾਈ ਸੀ, ਬੇਗਮ ਨੂੰ ਸਦਰੂ ਸ਼ਾਪਿੰਗ ਵੀ ਕਰਾਈ ਸੀ। ਅੱਛਾ ਅੱਛਾ, ਬੇਗਮ ਨੂੰ ਸਦਰੂ ਸ਼ਾਪਿੰਗ ਵੀ ਕਰਾਈ ਸੀ, 5 ਕਿਲੋ ਆਰਡਰ ਉੱਤੇ ਮਿਠਾਈ ਵੀ ਲਿਖਵਾਈ ਸੀ। ਵਾਹ ਜੀ ਵਾਹ, ਕੀ ਬਾਤ। ਸ਼ੋਸ਼ਾ ਲਈ ਬੇਲੀ ਦੀ ਕਾਰ ਵੀ ਇੱਥੇ ਆਈ ਸੀ। ਸ਼ੋਸ਼ਾ ਲਈ ਬੇਲੀ ਦੀ ਕਾਰ ਵੀ ਇੱਥੇ ਆਈ ਸੀ, ਮੇਰੇ ਨਾਲ ਜਾਣ ਵਾਲੀ ਜ਼ਿੰਦਗੀ ਦੀ ਮਾਈ ਸੀ। ਇਹ ਪਹਿਲਾ ਬੰਦ ਹੈ ਕਿ ਅਸੀਂ ਤਿਆਰੀ ਕਰ ਰਹੇ ਹਾਂ। ਨਾਓ ਵੀ ਆਰ ਗੋਇੰਗ ਟੂ ਮੂਵ ਫਰਮ ਰਾਵਲਪਿੰਡੀ ਟੂ ਗੁਜਰਾਤ। ਜੁਮੇ ਦੇ ਦਾੜੇ ਨੂੰ ਪਾਈਆਂ ਅਸੀਂ ਉਡਾਰੀਆਂ, ਜੁਮੇ ਦੇ ਦਾੜੇ ਨੂੰ ਪਾਈਆਂ ਅਸੀਂ ਉਡਾਰੀਆਂ, ਪਿੰਡੀ ਤੋਂ ਨਿਕਲੇ ਤੇ ਚਾਹ ਪੀਤੀ ਖਾਰੀਆਂ। ਰਸਤੇ ਵਿੱਚ ਕੱਟੀਆਂ ਕਈ ਪਿੱਛੇ ਲਾਰੀਆਂ, ਰਸਤੇ ਵਿੱਚ ਕੱਟੀਆਂ ਕਈ ਪਿੱਛੇ ਲਾਰੀਆਂ, ਜੰਜ ਵਾਲੇ ਘਰ ਪਹੁੰਚੀ ਜੋ ਖੈਰੀ ਮੇਰੀ ਸਵਾਰੀਆਂ। ਜੀ ਆਈਆਂ ਨੇ ਆਖਿਆ ਵੱਡਿਆ ਤੇ ਨਾਰੀਆਂ, ਆਓ ਬਕਰਨ ਠਹਿਰਾਇਆ ਮਲਕ ਦੇ ਹਵਾਰੀਆਂ। ਸ਼ਬ ਸ਼ਮਾਮ ਨਾਲ ਕੀਤੀਆਂ ਜੋ ਸ਼ਾਦੀ ਦੀ ਤਿਆਰੀਆਂ, ਜਗਮਗ ਕਰਦੇ ਬੂਹੇ ਨਾਲ ਬਾਰੀਆਂ। ਕੀ ਬਾਤ। ਇਹ ਸ਼ਾਦੀ ਦੀ ਤਿਆਰੀਆਂ ਦੀ ਡਿਬੇਟ ਹੋ ਗਈ। ਸਹੀ। ਹੁਣ ਸ਼ਾਦੀ ਸ਼ੁਰੂ ਹੋ ਗਈ। ਟੈਂਟਾਂ ਵਿੱਚ ਮਚਾਨ ਵਿੱਚ ਹਰ ਸ਼ੈ ਸਾਬੇ ਸਨ। ਟੈਂਟਾਂ ਦੀ ਮਚਾਨ ਲੱਗੀ, ਔਰ ਅੱਛੀ ਤਰਤੀਬ ਨਾਲ ਸਲੀਕੇ ਨਾਲ ਪਈ ਹੈ। ਔਰਤਾਂ ਮਰਦਾਂ ਲਈ ਵੱਖਰੇ ਵੱਖਰੇ ਢਾਬੇ ਸਨ। ਕੀ ਬਾਤ। ਔਰਤਾਂ ਮਰਦਾਂ ਲਈ ਵੱਖਰੇ ਵੱਖਰੇ ਢਾਬੇ ਸਨ। ਧੋਤੀ ਉੱਤੇ ਕੁੜਤਾ ਤੇ ਪੈਰੀ ਖੁੱਸਾ ਪਾਉਂਦੇ ਸਨ। ਹਰ ਮਾਹੌਲ ਧੋਤੀ ਉੱਤੇ ਕੁੜਤਾ ਤੇ ਪੈਰੀ ਖੁੱਸਾ ਪਾਉਂਦੇ ਸਨ। ਕੱਛਾ ਸਾਫੇ ਮਾਰ ਕੇ ਪੱਗ ਵੀ ਲਾਉਂਦੇ ਸਨ। ਠੀਕ ਹੈ। ਕੱਪੜੇ ਜੁੱਤੀ ਉੱਤੇ ਜੋ ਕੁੜੀਆਂ ਦੇ ਸ਼ੋਰ ਸ਼ਰਾਬੇ ਸਨ, ਕੱਪੜੇ ਜੁੱਤੀ ਉੱਤੇ ਜੋ ਕੁੜੀਆਂ ਦੇ ਸ਼ੋਰ ਸ਼ਰਾਬੇ ਸਨ, ਚਮਕੀਲੇ ਸਟੇਜ ਤੇ ਲਾੜੇ ਯਾਰ ਦੁਆਬੇ ਸਨ। ਕੀ ਬਾਤ। ਸਟੇਜ ਚਮਕ ਰਿਹਾ ਔਰ ਯਾਰਾਂ ਨੇ ਦੂਲੇ ਨੂੰ ਘੇਰਿਆ ਹੈ। ਤੋ ਹੁਣ ਅਗਲੀ ਜਿਹੜੀ ਗੱਲ ਹੈ ਨਾ ਜੀ, ਗੀਤ ਮਾਈਏ ਗਾਣ ਲਈ ਫੌਜੀ ਬੈਂਡ ਬਾਜੇ ਸਨ। ਗੀਤ ਮਾਈਏ ਗਾਣ ਲਈ ਫੌਜੀ ਬੈਂਡ ਬਾਜੇ ਸਨ। ਪ੍ਰਾਹੁਣਿਆਂ ਨੂੰ ਆਸਾਨ ਲਈ ਪੜ੍ਹਨ ਤੇ ਖਵਾਜੇ ਸਨ। ਤੁਹਾਨੂੰ ਪਤਾ ਪੰਜਾਬ ਦਾ ਕਲਚਰ ਹੈ, ਪੜ੍ਹਨ ਜਦ ਤੱਕ ਨਾ ਆਵਾਂ ਤਾਂ ਉਹ ਕੰਡੀਸ਼ਨ ਪੂਰਾ ਨਹੀਂ ਹੁੰਦਾ। ਸਭ ਤੂੰ ਤਾਵਲੇ ਨਾਲੇ ਨਾਲੋਂ ਬਾਬੇ ਸਨ। ਬਾਬੇ ਵਿਚਾਰੇ ਤਾਵਲੇ ਹੁੰਦੇ ਨੇ ਯਾਰ ਕਿ ਅਸੀਂ ਫਸ ਗਏ ਆ। ਹਾਂ ਸਹੀ ਬਾਤ ਹੈ। ਉਹ ਫਿਰ ਰੋਟੀ ਖੁੱਲ ਜਾਣ ਦੀ ਆਵਾਜ਼ ਜੋ ਆਈ। ਕੀ ਬਾਤ ਹੈ ਜੀ, ਕੀ ਬਾਤ ਹੈ। ਤੁਹਾਨੂੰ ਪਤਾ ਹੈ ਉੱਥੇ ਕਲਚਰ ਹੈ, ਪੰਜਾਬ ਦਾ ਕਲਚਰ ਹੈ ਕਿ ਅਗਰ ਤੁਸੀਂ ਲੱਗੀਏ ਮਚਾਨ ਲੱਗੀਏ, ਕੋਈ ਕਹਿੰਦਾ ਬਾਹਰ ਮੈਂ ਬੂਟੇ ਥੱਲੇ ਬੈਠਾ, ਕੋਈ ਖੇਤ ਕੋਲ ਬੈਠਾ, ਰੋਟੀ ਬਸ ਏਦਾਂ ਜਿੱਦਾਂ ਉਹ ਕਹਿੰਦੇ ਫਿਰ ਪੰਜਾਬ ਵਿੱਚ ਕਲਚਰ ਹੈ ਕਿ ਰੋਟੀ ਖੁੱਲ ਗਈ ਜੀ, ਆ ਜਾਓ ਸਾਰੇ। ਰੋਟੀ ਖੁੱਲ ਜਾਣ ਦੀ ਆਵਾਜ਼ ਜੋ ਆਈ ਹੈ,
ਤੰਬੂਆਂ ਵੱਲ ਭਜਣ ਜੋ ਹੱਲਾ ਹਾਲ ਪਾਈਏ, ਤੰਬੂ ਵੱਲ ਭਜਣ ਦੀ ਜੋ ਹੱਲਾ ਹਾਲ ਪਾਈਏ, ਮੇਜ਼ਾਂ ਉੱਤੇ ਖੱਲਣ ਦੀ ਜੋ ਢਿੰਗਾ ਮੁਸ਼ਤੀ ਮਚਾਈਏ, ਮੇਜ਼ਾਂ ਉੱਤੇ ਖੱਲਣ ਦੀ ਜੋ ਢਿੰਗਾ ਮੁਸ਼ਤੀ ਮਚਾਈਏ, ਜਵਾਨਾਂ ਨੇ ਮੋਢਿਆਂ ਨਾਲ ਕੋਨੀ ਵੀ ਚਲਾਈਏ। ਇਹ ਜਵਾਨ ਹੀ ਕਰ ਸਕਦੇ ਨੇ ਕਿ ਕੋਨੀ ਔਰ ਚਮਚਾ ਹੱਥੇ ਆਂ ਦੀ ਫਖਰੀਆ ਦਿਤਾਈਏ ਕਿ ਮੇਰੇ ਹੱਥੇ ਚਮਚਾ ਆ ਗਿਆ ਭਾਜਾ, ਕੱਲ ਮੈਂ ਹੀ ਪਾਣਾ ਹੈ, ਚਮਚਾ ਜੀ ਮੇਰੇ ਹੱਥੇ ਆ ਗਿਆ। ਸਹੀ ਬਾਤ। ਕਈਆਂ ਨੇ ਉਂਗਲੀਆਂ ਨਾਲ ਮਾਰਤ ਵਿਖਾਈ ਹੈ। ਹਾਂ ਬਿਲਕੁਲ, ਕਈਆਂ ਨੇ ਉਂਗਲੀਆਂ ਨਾਲ ਮਾਰਤ ਵਿਖਾਈ ਹੈ। ਪਾਂਡਿਆਂ ਨੂੰ ਪਰਨ ਦੀ ਹੱਦ ਹੀ ਮੁਕਾਈ ਹੈ। ਖਾਧਾ ਜਾਵੇ ਨਾ ਜਾਵੇ, ਪਾਂਡੇ ਪਰਦੇ ਨੇ ਭਾਈ, ਠੀਕ ਹੈ ਨਾ। ਮਿੱਠੀ ਬੋਤਲਾਂ ਤੇ ਜੋ ਕੀਤੀਆਂ ਨੇ ਛੁਡਾਈ ਹੈ। ਕਿਸੇ ਨੇ ਸਾਲਮ ਪ੍ਰਿਆਤ ਹੀ ਹਥਿਆਈ ਹੈ। ਕੀ ਬਾਤ। ਜੇਬਾਂ ਵਿੱਚ ਲਿਫਾਫਾ ਪਾਉਣ ਦੀ ਟੈਕਨੀਕ ਵੀ ਸਮਝਾਈ ਹੈ। ਠੀਕ ਹੈ ਨਾ ਸਰ, ਉੱਥੇ ਵੀ ਕਲਚਰ ਅਸੀਂ ਕਹਿੰਦੇ ਹਾਂ ਕਿ ਲੋਕ ਇਹ ਉੱਥੇ ਕਲਚਰ ਹੈ। ਜੇਬਾਂ ਵਿੱਚ ਲਿਫਾਫਾ ਪਾਉਣ ਦੀ ਟੈਕਨੀਕ ਵੀ ਸਮਝਾਈਏ। ਸਰਵਿੰਗ ਸਟਾਫ ਜੀ ਤੋਂ ਬੁੱਢਾ ਸ਼ਾਮਤ ਲਾਈਏ। ਸਰਵਿੰਗ ਸਟਾਫ ਫਿਰ ਵਿਚਾਰਾ ਬੁੱਢਾ ਕੋਲ ਜਾ ਕੇ ਕੀ ਕਹਿ ਸਕਦੇ, ਬੁੱਢੇ ਕੀ ਕਹਿ ਸਕਦੇ ਨੇ ਵਿਚਾਰੇ ਬਾਬੇ ਜਿਹੜੇ ਸਾਡੇ ਜਿਹੜੇ ਨਾ ਏਜਡ ਲੋਕ ਨੇ, ਉਹ ਕਹਿੰਦੇ ਨੇ ਯਾਰ ਕੋਈ ਸਾਡੇ ਸੇ ਖਾਣਾ ਲਿਆ। ਉਹ ਬੁੱਢੇ ਉਹ ਜਵਾਨਾਂ ਵਾਲਾ ਕੰਮ ਨਹੀਂ ਕਰ ਸਕਦੇ ਨਾ, ਉਹ ਕੋਈ ਨਹੀਂ ਮਾਰ ਸਕਦੇ ਨੇ ਨਾ ਉਹ ਚਮਚਾ ਛਿੱਕ ਸਕਦੇ ਨੇ। ਉਹ ਜਿੱਥੇ ਬਹਿ ਗਿਆ ਉੱਥੇ ਹੀ ਕੁਝ ਲੱਭ ਗਿਆ, ਚਲੋ ਖਾ ਲਿਆ। ਬੜੀ ਜੀ ਜਾਨ ਨਾਲ ਇਹਨਾਂ ਜਾਨ ਛੁਡਾਈਏ, ਬੜੀ ਜੀ ਜਾਨ ਨਾਲ ਇਹਨਾਂ ਜਾਨ ਛੁਡਾਈਏ। ਆਨੀਆਂ ਨਾ ਭਰਨ ਦੀ ਫਿਲਮ ਵੀ ਸੁਣਾਈਏ, ਆਨੀਆਂ ਨਾ ਭਰਨ ਦੀ ਫਿਲਮ ਵੀ ਸੁਣਾਈ ਸਮਝਾਈਏ। ਅੰਤਾਂ ਦੀ ਅੰਨੀ ਨਾਲ ਸਾਰੀ ਸ਼ਰਮ ਬਗਾਈਏ, ਅੰਤਾਂ ਦੀ ਅੰਨੀ ਨਾਲ ਸਾਰੀ ਸ਼ਰਮ ਬਗਾਈਏ। ਸ਼ਹਿਰੀ ਲੋਕਾਂ ਦੀ ਐਵੇਂ ਜਗ੍ਹਾ ਸਾਈਏ, ਅਸੀਂ ਐਵੇਂ ਬਦਨਾਮ ਹੋਏ। ਅੱਛਾ ਜੀ, ਆਖਰੀ ਬੰਦ ਵਿੱਚ ਨਾ ਮੇਰੇ ਨਾਲ ਕੀ ਹੋਇਆ ਮੈਂ ਤੁਹਾਨੂੰ ਆਪਣਾ ਦੱਸਦਾ। ਮੈਂ ਪਲੇਟ ਲੈ ਕੇ ਵਹਿੰਦਾ ਹੀ ਰਹਿ ਗਿਆ। ਮੈਂ ਪਲੇਟ ਲੈ ਕੇ, ਤੁਸੀਂ ਤਿਆਰੀ ਜੋ ਕੀਤੀ ਸੀ ਇੰਨੀ ਕੱਪੜਿਆਂ ਕੁਪੜੇ ਪਾ ਗਏ, ਆਪਣੇ ਕੱਪੜੇ ਵੀ ਤਾਂ ਬਚਾਉਣੇ ਸਨ। ਮੈਂ ਪਲੇਟ ਲੈ ਕੇ ਵਹਿੰਦਾ ਹੀ ਰਹਿ ਗਿਆ। ਹੱਥੀ ਪੈਂਦੇ ਵੇਖੇ ਸਰ ਸ਼ਰਮ ਨਾਲ ਟਹਿ ਗਿਆ, ਹੱਥੀ ਪੈਂਦੇ ਜੋ ਵੇਖੇ ਸਰ ਸ਼ਰਮ ਨਾਲ ਟਹਿ ਗਿਆ। ਹਾਰੇ ਪੇੜ ਵਾਂਗ ਕੋਨੇ ਜਾ ਬਹਿ ਗਿਆ। ਇੱਜ਼ਤ ਮੇਰੀ ਬਚ ਗਈ, ਪੋਖੜਾ ਸਾਰਾ ਲੈ ਗਿਆ। ਇੱਜ਼ਤ ਮੇਰੀ ਬਚ ਗਈ, ਪੋਖੜਾ ਸਾਰਾ ਲੈ ਗਿਆ। ਹੱਕਾ ਬੱਕਾ ਹੋ ਕੇ ਸੋਚਦਾ ਹੀ ਰਹਿ ਗਿਆ, ਹੱਕਾ ਬੱਕਾ ਹੋ ਕੇ ਸੋਚਦਾ ਹੀ ਰਹਿ ਗਿਆ। ਸ਼ੈਤਾਨ ਦਾ ਇਹ ਰੂਪ ਸ਼ੈਤਾਨ ਦਾ ਰੂਪ ਇਨਸਾਨ ਵਿੱਚ ਕਿਉਂ ਪੈ ਗਿਆ? ਸਹੀ, ਇਨਸਾਨ ਦਾ ਇਹ ਰੂਪ ਸ਼ੈਤਾਨ ਵਿੱਚ ਕਿਉਂ ਪੈ ਗਿਆ? ਕੱਪੜੇ ਆਪਣੇ ਛੱਡ ਕੇ ਘਰ ਵੱਲ ਲੈ ਗਿਆ। ਦਿਸ ਇਜ਼ ਦ ਸਟੋਰੀ ਆਫ ਪਿੰਡ ਦਾ ਵਿਆਹ ਸਰ। ਪਿੰਡ ਦਾ ਵਿਆਹ ਖਤਮ ਹੋ, ਠੀਕ, ਪਿੰਡ ਦਾ ਵਿਆਹ ਖਤਮ ਹੋ ਗਿਆ। ਇਹ ਸਨ ਸਾਡੇ ਨਾਲ ਜਨਾਬ ਨਜਮ ਸਾਕਿਬ ਸਾਹਿਬ। ਇਹਨਾਂ ਦੇ ਨਾਲ ਖੱਟੀ ਮਿੱਠੀ ਗੱਪਸ਼ਪ ਕਰਕੇ ਬੜਾ ਮਜ਼ਾ ਆਇਆ। ਉਮੀਦ ਹੈ ਤੁਸੀਂ ਵੀ ਮਹਿਜ਼ੂਜ਼ ਹੋਵੋਗੇ। ਸ਼ੁਕਰੀਆ ਸਰ ਜੀ। ਚਲੋ, ਥੈਂਕ ਯੂ ਵੈਰੀ ਮਚ।